मैं दस देना हाईकोर्ट में जाके भी आ ਜਿਹੜੇ ਹੈਗੇ ਉਹ ਲੋਕ ਆਏ ਹੈ ਜਿਹੜੇ ਕਹਿੰਦੇ ਸੀ ਜਾ ਕੇ ਦੱਸ ਦਿਓ ਹਾਈਕੋਰਟ ਨੂੰ ਮੰਤਰੀ ਸੜਕ ਨਹੀਂ ਬਣ ਦਿੰਦਾ। ਬਾਹੂਬਲੀ ਆਏ ਹੈ, ਰਾਜਾ ਵੜਿੰਗ ਨੇ ਪਰਿਵਾਰ ਦਾ ਕਤਲ ਕਰਵਾਇਆ। ਇਹ ਆਸ਼ੂ ਜਿਹੜਾ ਹੈਗਾ ਇਹਨੇ 3 ਔਰਤਾਂ ਤੇ ਇੱਕ ਕਾਂਸਟੇਬਲ ਕਤਲ ਕਰਵਾਇਆ। ਇੱਕ ਬੰਬ ਧਮਾਕੇ ਦਾ ਜ਼ਿੰਮੇਵਾਰ ਹੈ। ਤਾਂ ਨਵਜੋਤ ਸਿੰਘ ਸਿੱਧੂ ਜੋ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਆ, ਸਭ ਤੋਂ ਮਤਲਬ ਬੇਈਮਾਨ ਇਹ ਜਿਹੜਾ ਆਦਮੀ ਹੈ, ਇਹਦੇ ਗਲ 'ਚ ਵੀ ਕਾਨੂੰਨ ਦੀ ਰੱਸੀ ਪਾ ਕੇ ਜਿਹੜਾ ਘੜੀਸ ਕੇ ਇੱਥੇ ਲਿਆ ਕੇ ਇਹਦੀ ਗਵਾਹੀ ਕਰਾਵਾਂਗੇ। ਸਿਮਰਜੀਤ ਬੈਂਸ ਹੈ, ਉਹ ਬੰਦਿਆਂ ਨੇ ਜਿਨ੍ਹਾਂ ਨੇ ਇੱਕ ਵਿਧਵਾ ਔਰਤ ਨਾਲ ਐਡਾ ਧੱਕਾ ਕਰਕੇ ਉਹਦੇ ਫੈਮਿਲੀ ਤੇ ਪਰਚੇ ਦਰਜ ਕਰਾ ਕੇ ਉਹਦੇ ਜਿਹੜੇ ਗਵਾਹ ਸੀ ਉਹਨਾਂ ਦੇ ਪਰਚੇ ਦਰਜ ਕਰਕੇ ਕੀ ਕੁਛ ਨਹੀਂ ਧੱਕੇ ਕੀਤੇ ਪਿਛਲੇ 1.5 ਸਾਲਾਂ 'ਚ। ਤੁਸੀਂ ਨਾਮ ਲੈ ਰਹੇ ਹੋ ਖੁੱਲ੍ਹੇ ਸਿੱਧੇ ਤੌਰ ਦੇ ਉੱਤੇ, ਕੀ ਤੁਹਾਡੇ ਕੋਲ ਕੋਈ ਪ੍ਰੂਫ ਹੈਗੇ ਨੇ ਉਹਨਾਂ ਦੇ ਖਿਲਾਫ? ਕੱਲ੍ਹ ਨੂੰ ਤੁਹਾਡੇ ਦੇ ਉੱਤੇ ਮਾਨਹਾਨੀ ਦਾ ਕੇਸ ਵੀ ਕਰ ਸਕਦੇ ਨੇ। ਇਹ ਜਿਹੜੇ ਨਪੁੰਸਕ ਲੋਕ ਮੇਰੇ ਤੇ ਕੇਸ ਕਰਨਗੇ ਜੀ, ਮੇਰੇ ਕੋਲ ਹੈਗੇ ਐਵੀਡੈਂਸ ਤਾਂ ਹੀ ਕਰ ਰਿਹਾ ਨਾ। ਤੁਸੀਂ ਕਿਹਾ ਸੀ 4 ਮਰਡਰ ਕੇਸ ਨੇ, ਇੱਕ ਬੰਬ ਬਲਾਸਟ ਹੈ, ਤਾਂ ਉਹ ਐਵੀਡੈਂਸ ਵੀ ਤੁਸੀਂ ਦਿੱਤੇ ਹੋਏ ਨੇ। ਤਾਂ ਕੀ ਲੱਗਦਾ ਕਿ ਜਿਹੜੇ ਐਵੀਡੈਂਸ ਤੁਸੀਂ ਮੁਹੱਈਆ ਕਰਵਾਏ ਨੇ ਕੀ ਉਹ ਕਾਫੀ ਨਹੀਂ ਹੈ? ਵੀ ਥੱਲੇ ਵਾਲੀ ਕੋਰਟਾਂ ਵਿੱਚ ਇਨਸਾਫ ਦੀ ਉਮੀਦ ਹੈਗੀ ਹੈ, ਉੱਪਰ ਤਾਂ ਬਿਲਕੁਲ ਹੀ ਨਹੀਂ ਹੈਗੀ। 7 ਜਣਿਆਂ ਦਾ ਨਾਮ ਸਾਹਮਣੇ ਆਇਆ ਸੀ, 7 ਦੇ ਵਿੱਚੋਂ ਅਜੇ ਤੱਕ 2 ਗ੍ਰਿਫਤਾਰ ਹੋਏ ਨੇ ਔਰ 5 ਜਣੇ ਅਜੇ ਵੀ ਫਰਾਰ ਨੇ। ਇਹਦੀ ਜ਼ਮਾਨਤ ਆਸ਼ੂ ਦੀ ਏਡੀ ਜਲਦੀ ਲੱਗ ਕੇ ਉਹਦੀ ਸੁਣਵਾਈ ਹੋਣਾ, ਇਹ ਬਹੁਤ ਪੈਸੇ ਵਾਲਾ ਹੈਗਾ, ਇਹਨੇ ਬਹੁਤ ਲੁੱਟ-ਖੋਹ ਕੀਤੀ ਹੋਈ ਹੈ। ਮੈਨੂੰ ਤਾਂ ਇਹਦੇ ਹੁਣੇ ਅਰੈਸਟ ਹੋਣ ਤੇ ਅਜੇ ਉਮੀਦ ਵੀ ਕੋਈ ਨਹੀਂ ਸੀ। ਇਹਨਾਂ ਦੀ ਪੂਰੀ ਕੋਸ਼ਿਸ਼ ਹੋਊਗੀ, ਭਾਵੇਂ ਹਾਈ ਕੋਰਟ ਨੂੰ ਖਰੀਦੀਏ, ਭਾਵੇਂ ਹਾਈ ਕੋਰਟ ਨੂੰ ਅਪਰੋਚ ਕਰੀਏ, ਉੱਥੋਂ ਬੇਲ ਲਈਏ। ਸਾਡੀ ਪੂਰੀ ਦੀ ਪੂਰੀ ਕੋਸ਼ਿਸ਼ ਹੋਊਗੀ ਕਿ ਹਾਈ ਕੋਰਟ ਨੂੰ ਯਾਦ ਕਰਾਉਂਦੇ ਰਹੀਏ ਕਿ ਇਹ ਬੰਦੇ ਕੌਣ ਹੈਗੇ ਆ। ਦੱਸਾਂਗੇ ਉਹਨਾਂ ਨੂੰ ਆ ਕੇ ਵੀ ਤੁਸੀਂ ਕੌਣ ਹੋ ਤੇ ਕਿਵੇਂ ਵਿਕ ਜਾਂਦੇ ਹੋ। ਕਿ ਤੁਹਾਡੀ ਆਡੀਓ ਜਿਹੜੀ ਵਾਇਰਲ ਹੋਈ ਸੀ ਉਸ ਤੋਂ ਬਾਅਦ ਤੁਹਾਨੂੰ ਕਹਿ ਸਕਦੇ ਕਿ ਇੱਕ ਨੌਕਰੀ ਜਿਹੜੀ ਗਵਾਉਣੀ ਪਈ ਹੈ। ਕਦੇ ਵੀ ਨਹੀਂ ਕਿਹਾ ਕਿ ਅਸੀਂ ਇਮਾਨਦਾਰ ਰਹੇ ਹਾਂ, ਅਸੀਂ ਇਸ ਕਰਪਟ ਸਿਸਟਮ ਦਾ ਹਿੱਸਾ ਰਹੇ ਹਾਂ, ਅਸੀਂ ਗੁਨਾਹਗਾਰ ਹਾਂ, ਸਾਡੇ ਕਰਕੇ ਹੀ ਸਟੇਟ ਬਰਬਾਦ ਹੋਈ ਹੈ। ਤੁਸੀਂ ਮੇਰੀ ਇੰਟਰਵਿਊ ਕਰ ਰਹੇ ਹੋ, ਤੁਸੀਂ ਮੇਰੇ ਬੱਚਿਆਂ ਦੀ ਉਮਰ ਦੇ ਹੋ, ਅਸੀਂ ਤੁਹਾਡੇ ਗੁਨਾਹਗਾਰ ਹਾਂ। ਕਰਪਸ਼ਨ ਨਾਲ ਹਰ ਕੋਈ ਭਰਿਆ ਪਿਆ, ਕੈਪਟਨ ਫੈਮਿਲੀ, ਬਾਦਲ ਫੈਮਿਲੀ, ਫਿਰ ਗਾਂ ਅੱਗੇ ਥੱਲੇ ਲਾ ਲਓ ਜਿੰਨੇ ਉਹਨਾਂ ਦੇ ਮੰਤਰੀ ਰਹੇ ਹੈ। ਕੰਪੀਟੀਸ਼ਨ ਕੋਈ ਹੈ ਹੀ ਨਹੀਂ, ਜਿਹੜੇ ਮਰਜ਼ੀ ਕਲਰ ਤੋਂ ਫੜ ਲਓ, ਸਾਰੇ ਦੇ ਸਾਰੇ ਬਿਲਕੁਲ ਕਰਪਟ ਔਰ ਚੋਰ ਨੇ, ਸਾਰੇ ਆਸ਼ੂ ਨੇ, ਸਾਰੇ ਬੈਂਸ ਨੇ। ਸਾਡੇ 1.5 ਸਾਲ ਧਰਨੇ ਲਾਉਣ ਦਾ ਇੱਥੇ ਪੁਲਿਸ ਤੇ ਕੋਈ ਅਸਰ ਨਹੀਂ ਹੋਇਆ। ਇੰਨੀ ਮੁਰਦਾ ਪੁਲਿਸ ਆ ਸਾਡੀ। IAS ਅਫਸਰ ਜਿਹੜੇ ਹੈਗੇ ਅਸਲ ਮੈਂ ਕਹਿੰਦਾ ਨਾ 75% ਦੇ ਕਰਪਟ ਉਹ ਨੇ, ਸਭ ਤੋਂ ਵੱਡੇ ਬੈਨੀਫਿਸ਼ਰੀ ਉਹ ਨੇ। ਕਈ ਵਾਰੀ ਗੱਲਾਂ ਕਰਨ ਲੱਗਿਆ ਸ਼ਰਮ ਆਉਂਦੀ। ਸਾਡੀ ਤਾਂ ਜਿਹੜੀ ਅਗਲੀ ਜਨਰੇਸ਼ਨ ਹੈ ਇਹ ਗਾਂ ਪੀੜ੍ਹੀ ਤੋੜਨ ਵਾਲੀ ਨਹੀਂ ਰਹੀ। ਇਹਨਾਂ ਦਾ ਵੀਰ ਜੀ ਮਤਲਬ ਖਤਮ ਕਰ ਦਿੱਤਾ ਇਹਨਾਂ ਨੇ ਕਿ ਹਰੇਕ ਜ਼ਿਲ੍ਹੇ ਵਿੱਚ ਠੀਕ ਹੈ ਘੱਟੋ ਘੱਟ ਇੱਕ ਅੱਧਾ ਬੰਦਾ ਇਹੋ ਜਿਹਾ ਜਿਹੜਾ ਸੱਚ ਬੋਲਣ ਵਾਲਾ ਪੈਦਾ ਹੋ ਜਾਵੇ। 22-25 ਬੰਦੇ ਜੇ ਅਸੀਂ ਹੋ ਗਏ ਤੇ ਇਹਨਾਂ ਦਾ ਤਾਂ ਜੀਣਾ ਹਰਾਮ ਕਰ ਦੇਣਗੇ। ਰੰਗਲਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ, ਮੈਂ ਹਾਂ ਸੁਖ ਦੁਲੇ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਉਲਟ ਫੇਰ ਹੋਏ ਨੇ। ਔਰ ਉੱਥੇ ਹੀ ਲੁਧਿਆਣੇ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਭੂਸ਼ਣ ਆਸ਼ੂ ਚਰਚਾ ਦਾ ਵਿਸ਼ਾ ਰਹੇ ਨੇ। ਜੇਲ੍ਹ ਦੇ ਵਿੱਚ ਨੇ ਇਸ ਸਮੇਂ 14 ਦਿਨ ਦੀ ਨਿਆਇਕ ਹਿਰਾਸਤ ਦੇ ਉੱਤੇ ਨੇ। ਬੀਤੇ ਦਿਨ ਉਹਨਾਂ ਨੇ ਜ਼ਮਾਨਤ ਦੇ ਲਈ ਅਰਜ਼ੀ ਲਗਾਈ ਸੀ ਪਰ ਉਸ ਨੂੰ ਰੱਦ ਕਰ ਦਿੱਤਾ ਗਿਆ। ਤਾਂ ਮੇਰੇ ਨਾਲ ਇਸ ਦੌਰਾਨ ਬਲਵਿੰਦਰ ਸਿੰਘ ਸੇਖੋਂ ਜੀ ਨੇ। ਇਹਨਾਂ ਦੇ ਨਾਲ ਭਾਰਤ ਭੂਸ਼ਣ ਆਸ਼ੂ ਦੀ ਜਿਹੜੀ ਇੱਕ ਆਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਔਰ ਉਸ ਵਾਇਰਲ ਦੇ ਵਿੱਚ ਕਾਫੀ ਜ਼ਿਆਦਾ ਗੱਲਾਂ ਬਾਤਾਂ ਹੋ ਰਹੀਆਂ ਨੇ। ਤਾਂ ਉਹਨਾਂ ਚੀਜ਼ਾਂ ਬਾਰੇ ਵੀ ਜਾਣਾਂਗੇ, ਉੱਥੇ ਹੀ ਪੰਜਾਬ ਦੀ ਰਾਜਨੀਤੀ ਦੇ ਬਾਰੇ ਵੀ ਇਹਨਾਂ ਨਾਲ ਗੱਲਬਾਤ ਕਰਾਂਗੇ। ਤਾਂ ਮੇਰੇ ਨਾਲ ਸੇਖੋਂ ਸਾਹਮਣੇ ਸਰ ਸਵਾਗਤ ਹੈ। ਬਹੁਤ ਬਹੁਤ ਮਿਹਰਬਾਨੀ ਸਰ। ਜਿਵੇਂ ਮੈਂ ਪਹਿਲਾਂ ਹੀ ਕਿਹਾ ਵਾ ਕਿ ਭਾਰਤ ਭੂਸ਼ਣ ਆਸ਼ੂ ਪੰਜਾਬ ਦੇ ਵਿੱਚ ਰਾਜਨੀਤੀ ਦੇ ਵਿੱਚ ਸਭ ਤੋਂ ਪਿਛਲੇ ਦਿਨਾਂ ਦੇ ਵਿੱਚ ਚਰਚਾ ਦਾ ਵਿਸ਼ਾ ਰਹੇ ਨੇ ਔਰ ਉੱਥੇ ਹੀ ਤੁਹਾਡਾ ਨਾਮ ਵੀ ਹੁਣ ਕਾਫੀ ਜ਼ਿਆਦਾ ਸਾਹਮਣੇ ਆ ਰਿਹਾ ਵਾ। ਤੁਸੀਂ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ, ਤੁਹਾਡੀਆਂ ਵੀਡੀਓਜ਼ ਲੋਕਾਂ ਨੇ ਦੇਖੀਆਂ ਔਰ ਤੁਹਾਨੂੰ ਜਿਹੜੀ ਸਪੋਰਟ ਆ ਨਾ ਉਹ ਲੋਕਾਂ ਦੀ ਬਹੁਤ ਜ਼ਿਆਦਾ ਮਿਲੀ ਆ। ਤਾਂ ਇਸ ਬਾਰੇ ਕੀ ਕਹਿਣਾ ਚਾਹੋਗੇ? ਤੁਹਾਡੀ ਆਡੀਓ ਜਿਹੜੀ ਵਾਇਰਲ ਹੋਈ ਸੀ ਉਸ ਤੋਂ ਬਾਅਦ ਤੁਹਾਨੂੰ ਕਹਿ ਸਕਦੇ ਕਿ ਇੱਕ ਨੌਕਰੀ ਜਿਹੜੀ ਗਵਾਉਣੀ ਪਈ ਹੈ ਇੱਕ ਤਰੀਕੇ ਦੇ ਨਾਲ, ਤੇ ਹੁਣ ਤੁਹਾਨੂੰ ਲੋਕ ਸਪੋਰਟ ਕਹਿ ਰਿਹਾ ਕਿ ਹਾਂ ਸੇਖੋਂ ਸਾਹਿਬ ਸੱਚੇ ਸੀਗੇ, ਤਾਂ ਉਹਨਾਂ ਦਾ ਜਿਹੜਾ ਰੱਬ ਨੇ ਵੀ ਸੁਣੀ ਹੈ ਇੱਕ ਤਰੀਕੇ ਨਾਲ। ਦੇਖੋ ਜੀ, ਇਹਦੇ 'ਚ ਲੋਕਾਂ ਦੀ ਸਪੋਰਟ ਸਭ ਤੋਂ ਵੱਧ ਮਹੱਤਵਪੂਰਨ ਹੈ। ਜੇ ਲੋਕ ਇਸ ਨੂੰ ਚੰਗਾ ਸਮਝਣ ਲੱਗ ਪਏ ਹੈ ਤਾਂ ਇਹ ਜਿੱਤ ਹੈ ਇੱਕ ਸੰਘਰਸ਼ ਦੇ ਖਿਲਾਫ ਸੱਚਾਈ ਦੀ। ਮੇਰੀ ਨਹੀਂ, ਮੈਂ ਇਸ ਨੂੰ ਕਦੇ ਵੀ ਆਪਣੇ ਆਪ ਨੂੰ ਇੰਪੋਰਟੈਂਟਲੀ ਨਹੀਂ ਕਿਹਾ। ਮੈਂ ਹਮੇਸ਼ਾ ਸਮਝਦਾ ਹੁੰਦਾ ਕਿ ਮੈਂ ਇੱਕ ਰੀਜ਼ਨ ਹੈ, ਕੁਦਰਤ ਦਾ ਕੋਈ ਜਿਹੜਾ ਸੁਨੇਹਾ ਲੈ ਕੇ ਤੁਰਿਆ ਹੋਇਆ। ਤੇ ਲੋਕਾਂ ਦੀ ਜਿਹੜੀ ਐਕਸੈਪਟੈਂਸ ਹੈਗੀ ਹੈ ਉਹ ਜਿਹੜੀ ਹੈਗੀ ਹੈ ਇਹਦੀ ਮਤਲਬ ਇਸ ਇਸ਼ਾਰਾ ਕਰ ਰਹੀ ਹੈ ਕਿ ਜਿਹੜਾ ਸਫ਼ਰ ਹੈ ਬਿਲਕੁਲ ਠੀਕ ਪਾਸੇ ਵੱਲ ਜਾ ਰਿਹਾ ਹੈ। ਦੂਜਾ ਤੁਹਾਡਾ ਸਵਾਲ ਅਧੂਰਾ ਸੀ, ਤੁਸੀਂ ਇਕੱਲੇ ਆਸ਼ੂ ਦੀ ਗੱਲ ਕੀਤੀ ਹੈ। ਲੁਧਿਆਣੇ ਵਿੱਚ ਇੱਕ ਹੋਰ ਜਿਹੜੇ ਹੈਗੇ ਇਸ ਤੋਂ ਵੀ ਜਿਹੜੇ ਭੈੜੇ ਚਿਹਰੇ ਸੀ ਉਹ ਬੈਂਸਾਂ ਦੇ ਹੈਗੇ ਹੈ। ਤੇ ਨਾਲ ਮੈਂ ਤਾਂ ਜੋੜਨਾ ਚਾਹੁੰਦਾ ਕਿਉਂਕਿ ਇਹਨਾਂ ਦਾ ਹੁਣ ਇਕੱਠਾ ਹੀ ਚੱਲ ਰਿਹਾ ਸਾਰਾ ਕੁਝ। ਜੇਲ੍ਹ ਜਾਣਾ ਵੀ ਅੱਗੇ ਪਿੱਛੇ ਹੋ ਗਿਆ ਇਹਨਾਂ ਦਾ, ਜ਼ਮਾਨਤਾਂ ਵੀ ਇਹਨਾਂ ਦੀ ਇਕੱਠੀਆਂ ਲੱਗ ਰਹੀਆਂ। ਤਾਂ ਇਹਨਾਂ ਨੂੰ ਅਲੱਗ ਕਰਨਾ ਇੱਕ ਥੋੜ੍ਹਾ ਜਿਹਾ ਧੱਕਾ ਹੋਊਗਾ ਨਾ, ਕਿਉਂ ਜੇ ਆਪਾਂ ਇੱਕ ਚੰਗਿਆਈ ਦੀ ਗੱਲ ਕਰ ਰਹੇ ਹਾਂ ਤਾਂ ਬੁਰਾਈ ਵਾਲੇ ਚਿਹਰੇ ਵੀ ਇੱਕ ਪਾਸੇ ਇਕੱਠੇ ਹੋਣ ਤਾਂ ਚੰਗੇ ਹੁੰਦੇ ਆ। ਤਾਂ ਕੱਲ੍ਹ ਇਹਨਾਂ ਦੀਆਂ ਦੋਵਾਂ ਦੀਆਂ ਜਿਹੜੀਆਂ ਹੈਗੀਆਂ ਜ਼ਮਾਨਤਾਂ ਲੱਗੀਆਂ ਹੋਈਆਂ ਸੀਗੀਆਂ, ਦੋਨੋਂ ਹੀ ਮਤਲਬ ਜਿਹੜੇ ਹੈਗੇ ਬਹੁਤ ਨੀਵੇਂ ਕਿਰਦਾਰ ਦੇ ਵਾਲੇ ਲੋਕ ਹੈਗੇ ਆ। ਇਹਨਾਂ ਦਾ ਜੇਲ੍ਹਾਂ ਵਿੱਚ ਜਾਣਾ ਜਿਹੜਾ ਮੈਨੂੰ ਨਹੀਂ ਸਮਝ ਆਉਂਦੀ ਸੀ ਕਿ ਐਡੀ ਜਲਦੀ ਸੰਭਵ ਕਿਵੇਂ ਹੋ ਸਕਿਆ, ਕੁਦਰਤ ਦੀ ਸਹਾਇਤਾ ਤੋਂ ਬਿਨਾਂ, ਲੋਕਾਂ ਦੀ ਆਵਾਜ਼ ਤੋਂ ਬਿਨਾਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਹਾਲਾਂਕਿ ਇਸ ਸਰਕਾਰ ਤੋਂ ਕਿਸੇ ਨੂੰ ਬਹੁਤੀਆਂ ਉਮੀਦਾਂ ਨਹੀਂ ਹੈਗੀਆਂ, ਨਾ ਕੋਈ ਇਸ ਤਰ੍ਹਾਂ ਦਾ ਪੋਜ਼ੀਟਿਵ ਜਿਹੜਾ ਐਟੀਟਿਊਡ ਇਹਨਾਂ ਨੇ ਦਿਖਾਇਆ ਹੁਣ ਤੱਕ ਪੰਜਾਬ ਦੀ ਭਲਾਈ ਵਾਲੇ ਪਾਸੇ ਤੁਰਨ ਦਾ। ਪਰ ਕੁਛ ਚੀਜ਼ਾਂ ਜਿਹੜੀਆਂ ਚੰਗੀਆਂ ਹੋਈਆਂ ਉਹਨਾਂ ਨੂੰ ਚੰਗਾ ਕਹਿਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਅਸੀਂ ਇਨਕਰਜ ਵੀ ਕਰਾਂਗੇ ਜੇ ਕਿਸੇ ਨੁਕਤਾਚੀਨੀ ਕਰਦੇ ਹਾਂ ਤਾਂ। ਪਰ ਇਹ ਅਜੇ ਸ਼ੁਰੂਆਤ ਹੈ, ਇਹਦੀ ਲੜਾਈ ਬਹੁਤ ਵੱਡੀ ਹੈ। ਕਿਉਂਕਿ
ਕਰਪਸ਼ਨ ਨਾਲ ਹਰ ਕੋਈ ਭਰਿਆ ਪਿਆ ਹੈ। ਇਹ ਤਾਂ ਕਿਉਂਕਿ ਮੈਂ ਲੁਧਿਆਣੇ ਬੈਠਾ ਜਾਂ ਇਹ ਸੰਘਰਸ਼ ਸਾਡੇ ਕੋਲ ਕਿਸੇ ਕਾਰਨ ਤੇ ਸਟਾਰਟ ਹੋਇਆ ਤਾਂ ਅਸੀਂ ਇਹਦੇ ਜਿਹੜੇ ਹੈਗੇ ਸੰਘਰਸ਼ਕਰਤਾ ਬਣ ਗਏ ਜਾਂ ਇਹਦਾ ਜੋ ਵੀ ਜ਼ਿੰਮੇਵਾਰੀ ਸਮਝਦੇ ਅੱਜ ਤੱਕ ਨਿਭਾਈ ਵੀ ਤੇ ਨਿਭਾਈ ਜਾਂਦੇ। ਪਰ ਸਾਰਾ ਪੰਜਾਬ ਜਿਹੜਾ ਹੈਗਾ, ਪਿਛਲੀਆਂ ਦੋਨੋਂ ਰਵਾਇਤੀ ਪਾਰਟੀਆਂ ਜਿਹੜੀਆਂ ਹੈਗੀਆਂ, ਉਹਨਾਂ ਦੇ ਜਿਹੜੇ ਜਿੰਨੇ ਵੀ ਮੇਨ ਪੋਲੀਟੀਸ਼ੀਅਨ ਰਹੇ ਆ, ਉਹਨਾਂ ਦੇ ਹੈੱਡ ਰਹੇ ਆ, ਕੈਪਟਨ ਫੈਮਿਲੀ, ਬਾਦਲ ਫੈਮਿਲੀ, ਫਿਰ ਗਾਂ ਅੱਗੇ ਥੱਲੇ ਲਾ ਲਓ ਜਿੰਨੇ ਉਹਨਾਂ ਦੇ ਮੰਤਰੀ ਰਹੇ ਆ, ਸਾਰੇ ਦੇ ਸਾਰੇ ਜਿਹੜੇ ਭ੍ਰਿਸ਼ਟ ਜਿਹੜੇ ਹੈਗੇ ਚਿਹਰੇ ਸੀ ਤੇ ਪੂਰੇ ਦੇ ਪੂਰੇ ਵੱਡੇ ਵੱਡੇ ਭ੍ਰਿਸ਼ਟਾਚਾਰਾਂ 'ਚ ਲਿਬੜੇ ਹੋਏ ਆ। ਤੋ ਇਹ ਸ਼ੁਰੂਆਤ ਜਿਹੜੀ ਹੈਗੀ, ਮੈਂ ਕਦੇ ਅੱਗੇ ਵੀ ਕਿਹਾ ਸੀਗਾ ਕਿ ਇਹ ਕੋਈ ਸੌਖਾ ਕੰਮ ਨਹੀਂ ਹੈ। ਜੇ ਇਹਨਾਂ ਨੇ ਇੱਕ ਸ਼ੁਰੂ ਕਰ ਲਿਆ ਤੇ ਇਹਨੂੰ ਸਿਰੇ ਲਾਉਣਾ ਜਿਹੜਾ ਅੱਗੇ ਵਾਲੀਆਂ ਗੱਲਾਂ ਹੁਣ ਹੈ ਨਹੀਂ ਗੀਆਂ। ਇੱਕ ਤਾਂ ਸੋਸ਼ਲ ਮੀਡੀਆ ਬਹੁਤ ਸਟਰੋਂਗ ਹੈ, ਇੱਕ ਸਾਡੇ ਵਰਗੇ ਲੋਕਾਂ ਨੂੰ ਲੋਕ ਸੁਣਨ ਲੱਗ ਪਏ। ਤਾਂ ਇਹ ਹੁਣ ਇਹ ਨਹੀਂ ਹੋਣਾ ਵੀ ਨਵਾਂ ਮੁੱਦਾ ਲਿਆ ਕੇ ਜਿਹੜਾ ਪੁਰਾਣੇ ਮੁੱਦੇ ਦਬਜਾ ਕਰਨਗੇ। ਅਸੀਂ ਤਾਂ ਹੁਣ ਤੁਹਾਡੇ ਸਾਹਮਣੇ 2 ਮੁੱਦੇ ਇਹਨਾਂ ਦੇ ਸੀਗੇ ਤੇ ਦੋਨੋਂ ਸਿਰੇ ਲਾਏ ਹੋਏ ਆ, ਵੇਖਣ ਨੂੰ ਸਿਰੇ ਲੱਗਦੇ ਆ, ਪਰ ਅਜੇ ਤੱਕ ਜਿੰਨਾ ਚਿਰ ਸਜ਼ਾਵਾਂ ਨਹੀਂ ਹੁੰਦੀਆਂ ਇਹਨਾਂ ਕੇਸਾਂ 'ਚ ਉਹਨਾਂ ਚਿਰ ਇਹਦੀ ਪੈਰਵਾਈ ਕਰਨ ਦੀ ਲੋੜ ਹੋਊਗੀ। ਅਸਲੀ ਜਿਹੜੀ ਹੁਣ ਕਸ਼ਮਕਸ਼ ਜਿਹੜੀ ਇਸ ਸੰਘਰਸ਼ ਦੀ ਸ਼ੁਰੂਆਤ ਹੋਣੀ ਹੈ ਉਹ ਹਾਈ ਕੋਰਟ 'ਚ ਹੋਣੀ ਹੈ, ਕਿਉਂਕਿ ਹਾਈ ਕੋਰਟਾਂ ਜਿਹੜੀਆਂ ਹੈਗੀਆਂ ਉਹ ਆਪਣਾ ਰੋਲ ਜਿਹੜਾ ਹੈਗਾ ਸਟਾਰਟਿੰਗ ਤੋਂ ਹੀ ਸਹੀ ਤੌਰ ਤੇ ਨਹੀਂ ਨਿਭਾ ਰਹੀਆਂ। ਹੁਣੇ ਪਿੱਛੇ ਧਰਮਸੋਤ ਨੂੰ ਜ਼ਮਾਨਤ ਦਿੱਤੀ ਹੋਈ ਹੈ, ਉਦੋਂ ਪਹਿਲਾਂ ਸਿੰਗਲਾ ਬਾਹਰ ਆਇਆ ਹੋਇਆ। ਕਿ ਇਹਨਾਂ ਬਿਨਾਂ ਜਿਹੜਾ ਪੰਜਾਬ ਦੀ ਤਰੱਕੀ ਰੁਕੀ ਹੋਈ ਹੈ? ਇਹੋ ਜਿਹੇ ਬੰਦੇ ਜਿਹੜੇ ਜੇਲ੍ਹ 'ਚ ਜਲਦੀ ਕੱਢਣੇ ਕਿਉਂ ਮਤਲਬ ਜ਼ਰੂਰੀ ਹੈ? ਇੱਥੇ ਵੀ ਬਹੁਤ ਜ਼ੋਰ ਲਾਇਆ ਗਿਆ ਸੀਗਾ ਇਹਨਾਂ ਦੀ ਜ਼ਮਾਨਤ ਵਾਸਤੇ। ਉਹ ਖੈਰ ਮੈਂ ਸਾਸ਼ੂ ਵਾਲੇ ਕੇਸ ਦੇ ਵਿੱਚ ਤਾਂ ਕਿਉਂਕਿ ਮੈਂ ਖੁਦ ਵਿਟਨੈਸ ਹੈਗਾ ਉਹਦੇ ਵਿੱਚ, ਤਾਂ ਮੈਂ ਖੁਦ ਜਾ ਕੇ ਉੱਥੇ ਉਹਦਾ ਵਿਰੋਧ ਵੀ ਕੀਤਾ। ਤੇ ਉਹ ਇੱਕ ਪਾਸੇ ਫੌਜ ਸੀ ਵਕੀਲਾਂ ਦੀ ਜਿਹੜੀ ਉਹਨੂੰ ਬਚਾਉਣਾ ਚਾਹੁੰਦੀ ਸੀ, ਇੱਕ ਪਾਸੇ ਬਲਵਿੰਦਰ ਸਿੰਘ ਖੜਾ ਸੀਗਾ ਤੇ ਆਪਣੀ ਗੱਲ ਦੱਸੋਗੇ। ਮੈਂ ਦੱਸਿਆ ਸਿਰਫ ਇਹੀ ਸੀ ਵੀ ਜੋ ਕੁਛ ਇਹ ਦੱਸ ਰਹੇ, ਉਸ ਤੋਂ ਇਲਾਵਾ ਕਤਲਾਂ ਦੇ ਬੰਬ ਧਮਾਕੇ ਵੀ ਹੈਗੇ ਜਿਹੜੇ ਇਹ ਦੱਸ ਨਹੀਂ ਰਹੇ, ਉਹ ਵੀ ਨੋਟ ਕਰ ਲਓ, ਮੇਰੀ ਦਰਖਾਸਤ ਪੜ੍ਹ ਲਓ। ਤਾਂ ਇਹਦੀ ਜ਼ਮਾਨਤ ਨਹੀਂ ਹੋਈ। ਉਹਦੇ ਵਿੱਚ ਇਹ ਤਾਂ ਨਹੀਂ ਮੈਂ ਕਹਿੰਦਾ ਕਿ ਮੇਰੇ ਕਰਕੇ ਨਹੀਂ ਹੋਈ, ਪਰ ਉਹਦਾ ਬਹੁਤ ਵੱਡਾ ਰੋਲ ਸੀਗਾ। ਹਾਲਾਂਕਿ ਇਹ ਜ਼ਮਾਨਤਾਂ ਜਿਹੜੀਆਂ ਹੁੰਦੀਆਂ, ਏਡੇ ਵੱਡੇ ਜਿਹੜੇ ਇਸ ਤਰ੍ਹਾਂ ਦੇ ਬਾਹੂਬਲੀ ਹੁੰਦੇ ਜਿਨ੍ਹਾਂ ਦੇ ਟੈਚੀ ਬਹੁਤ ਭਾਰੇ ਹੈ, ਉਹਨਾਂ ਨੂੰ ਹਾਈ ਕੋਰਟ ਸੁਪਰੀਮ ਕੋਰਟ ਵਾਲੇ ਆਪ ਸਿੱਧਾ ਡੀਲ ਕਰਦੇ ਆ। ਤਾਂ ਇਸ ਕਰਕੇ ਇਹ ਹੁਣ ਇਹਨਾਂ ਦੇ ਟੈਚੀ ਉੱਥੇ ਕਿੱਥੇ ਜਾਂਦੇ ਆ। ਮਾੜੀ ਕਿਸਮਤ ਨੂੰ ਜਿਹੜਾ ਭਾਰਤ ਭੂਸ਼ਣ ਆਸ਼ੂ ਹੈ, ਇਹਨੇ ਹਾਈ ਕੋਰਟ ਦੀ ਅਥਾਰਟੀ ਨੂੰ ਚੈਲੰਜ ਕੀਤਾ ਹੋਇਆ। ਉਹਦੇ ਵਿੱਚ ਕੰਟੈਂਪਟ ਨੋਟਿਸ ਜਾਰੀ ਹੋਇਆ 3 ਸਾਲ ਪੁਰਾਣੀ ਗੱਲ ਹੋ ਗਈ ਹੈ। ਜੇ ਉਹਦੇ ਵਿੱਚ ਅਗਲੀ ਗੱਲ ਹੈ ਕਿ ਇਹਨੇ ਅਪੋਲੋਜੀ ਦਿੱਤੀ ਹੋਈ ਅਨਕੰਡੀਸ਼ਨ, ਉਹਦਾ ਮਤਲਬ ਇਹਨੇ ਮੰਨ ਲਿਆ ਵੀ ਮੈਂ ਗਲਤ ਕੀਤਾ। ਤਾਂ ਕੋਰਟ ਨੇ ਹੁਣ ਤੱਕ ਉਹਨੂੰ ਪੈਂਡਿੰਗ ਕਿਉਂ ਰੱਖਿਆ ਹੋਇਆ? ਬਾਕੀ ਤਾਂ ਜਿਹੜੀ ਹੁੰਦੀਆਂ ਮਿੰਟੋ ਮਿੰਟੀ ਤਰੀਕਾਂ ਪੈ ਕੇ ਗੱਲ ਨਿਬੇੜਦੇ ਆ, ਤੇ ਇਹਨੂੰ ਮਤਲਬ ਪੈਂਡਿੰਗ ਰੱਖਿਆ। ਜਾਂ ਉਹ ਤਾਂ ਹੈਗੀ ਆ। ਮੈਂ ਕਹਿੰਦਾ ਸੀ ਜਦੋਂ ਉਹਨੇ ਮੰਨ ਹੀ ਲਿਆ ਉਸ ਆਡੀਓ ਦਾ, ਉਹਨੇ ਐਕਸੈਪਟੈਂਸ ਹੀ ਕਰ ਲਈ ਵੀ ਅਨਕੰਡੀਸ਼ਨ ਅਪੋਲੋਜੀ, ਫਿਰ ਜਾਂ ਤਾਂ ਕੋਰਟ ਮਾਫ ਕਰੂਗੀ ਉਹਨੂੰ ਜਾਂ ਉਹਨੂੰ ਸਜ਼ਾ ਦੇਊਗੀ। ਉਹਦੇ ਵਾਸਤੇ ਚੁੱਪ ਹੈਗੀ ਹੈ। ਇਸ ਕਰਕੇ ਹੁਣ ਕੋਰਟ ਨੂੰ ਯਾਦ ਕਰਾਵਾਂਗੇ ਨਾ ਜਿੱਥੇ ਵੀ ਲੱਗੂਗੀ। ਕੁਝ ਵਕੀਲਾਂ ਨੇ ਉੱਥੇ ਮੇਰੇ ਖਿਲਾਫ ਪਾਇਆ ਹੋਇਆ ਕਿ ਮੈਂ ਇਹਨਾਂ ਦੇ ਹਾਈ ਕੋਰਟਾਂ ਦੇ ਖਿਲਾਫ ਬੋਲਦਾ, ਤੇ ਮੈਂ ਤਾਂ ਸ਼ਰੇਆਮ ਬੋਲਦਾ। ਹੁਣ ਕਿਹੜਾ ਮੈਂ ਬੋਲਣੋਂ ਹਟ ਗਿਆ? ਉਹਨਾਂ ਦੀ ਪਟੀਸ਼ਨ ਪਾਉਣ ਤੋਂ ਬਾਅਦ ਜਾਂ ਹਟ ਜਾਊਂਗਾ। ਇਸ ਕੇਸ ਦੇ ਵਿੱਚ ਵੀ ਜੇ ਇਹਨਾਂ ਨੇ ਮੈਨੂੰ ਹੁਣ ਤੱਕ ਨਾ ਤਲਬ ਕੀਤਾ, ਜੇ ਉਹਨਾਂ ਦੀ ਪਟੀਸ਼ਨ ਤੇ ਨਾ ਸੁਣਵਾਈ ਹੋਈ, ਤਾਂ ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ। ਮੈਂ ਆਪ ਹੀ ਪਹੁੰਚ ਜਾਣਾ। ਮੈਂ ਦੱਸ ਦੇਣਾ ਹਾਈ ਕੋਰਟ ਨੂੰ ਜਾ ਕੇ ਵੀ ਆਹ ਜਿਹੜੇ ਹੈਗੇ ਉਹ ਲੋਕ ਆਏ ਆ ਜਿਹੜੇ ਕਹਿੰਦੇ ਸੀ ਜਾ ਕੇ ਦੱਸ ਦਿਓ ਹਾਈ ਕੋਰਟ ਨੂੰ ਮੰਤਰੀ ਸੜਕ ਨਹੀਂ ਬਣ ਦਿੰਦਾ, ਬਾਹੂਬਲੀ ਆਏ ਆ, ਹੁਣ ਇਹਨਾਂ ਨੂੰ ਕਿਵੇਂ ਟਰੀਟਮੈਂਟ ਕਰਨਾ ਹੈ। ਤੇ ਇਹ ਜਿਹੜਾ ਸਿਮਰਜੀਤ ਬੈਂਸ ਹੈ, ਇਹਦੇ ਤੇ ਤਾਂ ਆਰੋਪ ਹੀ ਉਸ ਤਰ੍ਹਾਂ ਦੇ ਹੈਗੇ ਜਿੱਥੇ ਕਿ ਮੈਨੂੰ ਨਹੀਂ ਲੱਗਦਾ ਕਿ ਕੋਰਟ ਕੋਈ ਆਪਣਾ ਪੱਧਰ ਇੰਨਾ ਨਹੀਂ ਲੈ ਕੇ ਜਾਊਗੀ। ਉਹ ਬੰਦਿਆਂ ਨੇ ਜਿਨ੍ਹਾਂ ਨੇ ਇੱਕ ਵਿਧਵਾ ਔਰਤ ਨਾਲ ਐਡਾ ਧੱਕਾ ਕਰਕੇ ਉਹਦੇ ਫੈਮਿਲੀ ਤੇ ਪਰਚੇ ਦਰਜ ਕਰਾ ਕੇ ਉਹਦੇ ਜਿਹੜੇ ਗਵਾਹ ਸੀ ਉਹਨਾਂ ਦੇ ਪਰਚੇ ਦਰਜ ਕਰਕੇ ਕੀ ਕੁਛ ਨਹੀਂ ਧੱਕੇ ਕੀਤੇ ਪਿਛਲੇ 1.5 ਸਾਲਾਂ 'ਚ ਪਿਛਲੀਆਂ ਸਰਕਾਰਾਂ ਦੀ ਮਦਦ ਦੇ ਨਾਲ। ਔਰ ਇਹ ਸਰਕਾਰ ਦਾ ਵੀ ਰੋਲ ਹੈ। ਕੈਪਟਨ ਵੇਲੇ ਪੂਰੀ ਦੀ ਪੂਰੀ ਮਦਦ ਕਿ ਆਸ਼ੂ ਦੇ ਥਰੂ ਹੁੰਦੀ ਹੋਈ, ਫਿਰ ਚੰਨੀ ਵੇਲੇ ਫਿਰ ਇਹਨਾਂ ਨੇ ਪੈਸੇ ਪੂਸੇ ਖਰਚ ਕੇ ਕੀਤਾ। ਤੇ ਆਹ ਰਾਘਵ ਚੱਡੇ ਨੇ ਵੀ ਉਹਨਾਂ ਚਿਰ 3 ਮਹੀਨੇ ਚ ਜਿੰਨਾ ਚਿਰ ਉਹਨੂੰ ਹਾਈ ਕੋਰਟ 'ਚੋਂ ਜਵਾਬ ਨਹੀਂ ਮਿਲ ਗਿਆ, ਉਹਨਾਂ ਚਿਰ ਕਿਸੇ ਨੇ ਹੱਥ ਨਹੀਂ ਲਾਇਆ, ਸਰੈਂਡਰ ਕੀਤਾ। ਤਾਂ ਪੁਲਿਸ ਦਾ ਸਿਸਟਮ ਦਾ ਪ੍ਰਸ਼ਾਸਨ ਦਾ ਰੋਲ ਬੇਹੱਦ ਨਿੰਦਾਜਨਕ ਰਿਹਾ ਹੈ। ਤੇ ਜਿਹੜੀਆਂ ਛੋਟੀਆਂ ਕੋਰਟਾਂ ਸੀਗੀਆਂ ਉਹਨਾਂ ਦੀ ਇੰਟਰਵੈਂਸ਼ਨ ਨਾਲ ਕੇਸ ਰਜਿਸਟਰ ਹੋਇਆ ਸੀਗਾ। ਸਾਡੇ 1.5 ਸਾਲ ਧਰਨੇ ਲਾਉਣ ਦਾ ਇੱਥੇ ਪੁਲਿਸ ਤੇ ਕੋਈ ਅਸਰ ਨਹੀਂ ਹੋਇਆ, ਇੰਨੀ ਮੁਰਦਾ ਪੁਲਿਸ ਆ ਸਾਡੀ। ਤਾਂ ਇਸ ਦੇ ਬਾਵਜੂਦ ਵੀ ਕੇਸ ਦਰਜ ਕਰਵਾਇਆ, ਕੋਰਟ ਦੀ ਇੰਟਰਵੈਂਸ਼ਨ ਨਾ ਹੋਇਆ। ਹੁਣ ਜੇ ਗਾਂ ਕੋਰਟਾਂ ਅਗਲੀਆਂ ਆਪਣਾ ਕੰਮ ਸਹੀ ਨਹੀਂ ਕਰਨਗੀਆਂ ਤੇ ਫਿਰ ਯਾਦ ਕਰਾਉਣ ਵਾਸਤੇ ਜੇ ਕਿਸੇ ਨੇ ਚੰਗਾ ਕੀਤਾ ਤਾਂ ਉਹਦੀ ਵੀ ਫਿਰ ਪ੍ਰਸ਼ੰਸਾ ਕਰਦੇ ਆ। ਕੋਰਟਾਂ ਦੀ ਵੀ ਮੈਂ ਕਹਿੰਦਾ ਹੁੰਦਾ ਵੀ ਥੱਲੇ ਵਾਲੀ ਕੋਰਟਾਂ ਵਿੱਚ ਇਨਸਾਫ ਦੀ ਉਮੀਦ ਹੈਗੀ ਹੈ, ਉੱਪਰ ਤਾਂ ਬਿਲਕੁਲ ਹੀ ਨਹੀਂ ਹੈਗੀ। ਜੇਕਰ ਇਸ ਕੇਸ ਦੀ ਗੱਲ ਕਰੀਏ, 7 ਜਣਿਆਂ ਦਾ ਨਾਮ ਸਾਹਮਣੇ ਆਇਆ ਸੀ। 7 ਦੇ ਵਿੱਚੋਂ ਅਜੇ ਤੱਕ 2 ਗ੍ਰਿਫਤਾਰ ਹੋਏ ਨੇ ਔਰ 5 ਜਣੇ ਅਜੇ ਵੀ ਫਰਾਰ ਨੇ। ਕੀ ਲੱਗਦਾ ਕਿ ਉਹਨਾਂ ਨੂੰ ਫੜਿਆ ਹੀ ਨਹੀਂ ਜਾ ਰਿਹਾ ਜਾਂ ਫਿਰ ਕੋਈ ਹੋਰ ਕਾਰਨ ਮੰਨਦੇ ਹੋ, ਜਾਂ ਕੋਈ ਸਿਆਸੀ, ਤੁਸੀਂ ਜਿਵੇਂ ਜ਼ਿਕਰ ਕੀਤਾ ਵਾ ਕਿ ਸਿਆਸੀ ਉੱਥੇ ਵੀ ਕੋਈ ਕਿਸੇ ਦਾ ਆਸ਼ੀਰਵਾਦ ਕਹਿ ਸਕਦੇ ਆ ਫਿਰ ਉੱਥੇ ਹੈ? ਇੱਕ ਤਾਂ ਇਹ ਵੇਖੋ ਨਾ ਵੀ ਇਹਦੀ ਜ਼ਮਾਨਤ ਆਸ਼ੂ ਦੀ ਏਡੀ ਜਲਦੀ ਲੱਗ ਕੇ ਉਹਦੀ ਸੁਣਵਾਈ ਹੋਣਾ, ਇਹਦੇ 'ਚ ਇਹ ਹੈਗਾ ਕਿ ਜੇ ਹੁਣ ਬੰਦੇ ਹੋਰ ਫੜੇ ਜਾਣਗੇ, ਐਵੀਡੈਂਸ ਹੋਰ ਆਊਗੀ, ਕੇਸ ਹੋਰ ਰਜਿਸਟਰ ਹੋਣਗੇ। ਤਾਂ ਇਸ ਕਰਕੇ ਜਲਦੀ ਤੋਂ ਜਲਦੀ ਬਾਹਰ ਕੱਢਣ ਦੀ ਕਾਹਲੀ ਹੈ ਸਿਸਟਮ ਨੂੰ ਇਹਨੂੰ। ਤਾਂ ਕਰਕੇ ਮੈਂ ਸੋਚਦਾ ਕਿ ਉਹ ਦੇਖੋ ਪੁਲਿਸ ਤੇ ਤਾਂ ਪ੍ਰੈਸ਼ਰ ਹਰ ਤਰ੍ਹਾਂ ਦੇ ਹੁੰਦੇ ਆ, ਜਿੰਨਾ ਉਹ ਕਰ ਬੈਠੇ ਹੈ ਮੈਨੂੰ ਤਾਂ ਇਹੀ ਲੋੜ ਤੋਂ ਵੱਧ ਲੱਗਦਾ ਸੀਗਾ। ਤੇ ਹੁਣ ਅਗਲੇ ਪਰਚੇ ਦਰਜ ਕਰਨੇ, ਅਗਲੇ ਗਵਾਹਾਂ ਨੂੰ ਅਰੈਸਟ ਕਰਨਾ, ਉਹ ਇੱਕ ਜਿਹੜਾ ਹੈਗਾ ਮੈਨੂੰ ਲੱਗਦਾ ਕੋਈ ਕਿਸੇ ਨਾ ਕਿਸੇ ਤਰੀਕੇ 'ਤੇ ਜਾ ਕੇ ਬ੍ਰੇਕਾਂ ਕਿਤੇ ਲੱਗੀਆਂ ਹੋਣਗੀਆਂ, ਕਿਉਂਕਿ ਇਹ ਬਹੁਤ ਪੈਸੇ ਵਾਲਾ ਹੈਗਾ, ਇਹਨੇ ਬਹੁਤ ਲੁੱਟ-ਖੋਹ ਕੀਤੀ ਹੋਈ ਹੈ। ਮੈਨੂੰ ਤਾਂ ਇਹਦੇ ਹੁਣੇ ਅਰੈਸਟ ਹੋਣ 'ਤੇ ਅਜੇ ਉਮੀਦ ਵੀ ਕੋਈ ਨਹੀਂ ਸੀ ਕਿ ਇਹਦੇ ਕੋਲ ਬਹੁਤ ਕੁਝ ਸੀ ਪੈਸੇ ਐਕਸਟੋਰਟ ਕਰਨ ਨੂੰ, ਇਹਦੇ ਕੋਲ ਅਜੇ ਬਹੁਤ ਨਿਚੋੜਨਾ ਸੀ ਇਸ ਮੌਜੂਦਾ ਸਰਕਾਰ ਨੇ, ਰਾਘਵ ਚੱਡੇ ਵਰਗਿਆਂ ਨੇ। ਤਾਂ ਉਹ ਜਿਹੜਾ ਹੈਗਾ ਇੰਨੀ ਜਲਦੀ ਇਹਨੂੰ ਅਰੈਸਟ ਹੋਣ ਦਾ ਅਸੀਂ ਵੀ ਹੈਰਾਨ ਸੀਗੇ। ਪਰ ਹੁਣ ਜਿਹੜੀ ਕੱਢਣ ਦੀ ਕਾਹਲੀ ਪਈ ਹੈਗਾ ਉਹ 'ਤੇ ਵੀ ਹੈਗੇ ਆ।
ਪਹਿਲਾਂ ਤਾਂ ਕੋਰਟਾਂ ਦੀ ਕਾਹਲੀ, ਰੂਟੀਨ ਦਾ ਤੁਹਾਡੇ ਮੇਰੇ ਵਰਗੇ ਦਾ ਕੇਸ ਲੱਗਿਆ ਹੁੰਦਾ ਤੇ ਮਹੀਨਾ ਡੇਢ ਮਹੀਨਾ ਤਰੀਕਾਂ ਹੀ ਪਈ ਜਾਂਦੀਆਂ, ਤੇ ਤੁਸੀਂ 2 ਦਿਨ ਦੀ ਤਰੀਕ ਪਾ ਕੇ 2 ਦਿਨਾਂ ਬਾਅਦ ਇਹਨਾਂ ਨੇ ਹੋਰ ਨਿਬੇੜ ਕੇ ਉਹਨੂੰ ਕੈਂਸਲ ਕਰ ਦਿੱਤੀ। ਹੁਣ ਲੋਕਾਂ ਨੂੰ ਸ਼ੱਕ ਹੋਊਗਾ ਜਾਂ ਵਹਿਮ ਹੋਊਗਾ ਕਿ ਇਹ ਜਿਹੜੀ ਜ਼ਮਾਨਤ ਹੈਗੀ ਹੈ ਜੱਜ ਨੇ ਕੈਂਸਲ ਕੀਤੀ ਹੈ। ਜੱਜਾਂ ਨੂੰ ਹੁਕਮ ਹੀ ਨਹੀਂ ਹੁੰਦਾ ਥੱਲੇ ਵਾਲਿਆਂ ਨੂੰ ਇਹ ਜੇ ਮਤਲਬ ਫੈਸਲੇ ਲੈਣ ਦਾ, ਕਿਉਂਕਿ ਉਹਨਾਂ ਨੇ ਉੱਪਰਲੇ ਨੇ ਆਪਣਾ ਕਰਨਾ ਹੁੰਦਾ ਜੋ ਵੀ ਕਲਾਕਾਰੀਆਂ ਅੱਗੇ ਕਰਨੀਆਂ। ਆਉਣ ਵਾਲਾ ਸਮਾਂ ਜਿਹੜਾ ਹੈਗਾ ਬੜਾ ਇੰਟਰਸਟਿੰਗ ਰਹੂਗਾ ਆਉਣ ਵਾਲੇ ਕੁਝ ਦਿਨ, ਜਿੰਨਾ ਚਿਰ ਇਹਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਹੈਗੀਆਂ ਕੈਂਸਲ ਨਹੀਂ ਹੁੰਦੀਆਂ ਹਾਈ ਕੋਰਟ ਦੇ ਵਿੱਚੋਂ। ਹੁਣ ਇਹਨਾਂ ਦੀ ਪੂਰੀ ਕੋਸ਼ਿਸ਼ ਹੋਊਗੀ ਭਾਵੇਂ ਹਾਈ ਕੋਰਟ ਨੂੰ ਖਰੀਦੀਏ, ਭਾਵੇਂ ਹਾਈ ਕੋਰਟ ਨੂੰ ਅਪਰੋਚ ਕਰੀਏ, ਉੱਥੋਂ ਬੇਲ ਲਈਏ। ਸਾਡੀ ਪੂਰੀ ਦੀ ਪੂਰੀ ਕੋਸ਼ਿਸ਼ ਹੋਊਗੀ ਕਿ ਹਾਈ ਕੋਰਟ ਨੂੰ ਯਾਦ ਕਰਾਉਂਦੇ ਰਹੀਏ ਕਿ ਇਹ ਬੰਦੇ ਕੌਣ ਹੈਗੇ ਆ, ਇਹ ਜ਼ਮਾਨਤਾਂ ਜਿਹੜੀਆਂ ਸਾਡਾ ਪੂਰਾ ਮਤਲਬ ਅਖੀਰ ਤੱਕ ਲਾਵਾਂਗੇ। ਜ਼ਮਾਨਤਾਂ ਇਹ ਹਾਈ ਕੋਰਟ ਨਾ ਲਵੇ, ਤੇ ਜੇ ਜ਼ਮਾਨਤਾਂ ਹਾਈ ਕੋਰਟ ਲਊਗੀ ਫਿਰ ਜਿਸ ਤਰ੍ਹਾਂ ਦਾ ਗਾ ਉਹਨਾਂ ਨੂੰ ਚਿਹਰੇ ਵਿਖਾਉਣ ਦੀ ਲੋੜ ਪਊਗੀ। ਦੱਸਾਂਗੇ ਉਹਨਾਂ ਨੂੰ ਆ ਕੇ ਵੀ ਤੁਸੀਂ ਕੌਣ ਹੋ ਤੇ ਕਿਵੇਂ ਵਿਕ ਜਾਂਦੇ ਹੋ। ਐਡੇ ਐਡੇ ਵੱਡੇ ਬੰਦਿਆਂ ਦੇ ਕੁਝ ਲੋਕ ਜਿਹੜੇ ਹੈਗੇ ਰੁਲਦੇ ਫਿਰਦੇ ਆ ਇਨਸਾਫ ਦੇ ਪਿੱਛੇ, ਤੇ ਇਹਨਾਂ ਨੂੰ ਇਨਸਾਫ ਦੇਣ ਵਾਸਤੇ ਕਿੱਡੀ ਕਾਹਲੀ ਹੁੰਦੀ ਹੈ। ਰਾਤ ਬਰਾਤੇ ਕੋਰਟਾਂ ਖੋਲ੍ਹਦੇ ਆ ਇਹ, ਹੋਰ ਉਹ ਕੁਝ ਕਰਦੇ ਜਿਹੜਾ ਕਦੇ ਸੋਚਿਆ ਨਹੀਂ ਹੁੰਦਾ। ਪਰ ਇਸ ਵਾਰ ਜਿਹੜਾ ਹੈਗਾ ਹਾਈ ਕੋਰਟਾਂ ਨੂੰ ਵੀ ਪਤਾ ਵੀ ਹੈਗਾ ਵੀ ਕੁਝ ਲੋਕ ਬੋਲ ਰਹੇ ਆ, ਤੇ ਇਹ ਆਵਾਜ਼ ਐਡੀ ਵੱਡੀ ਹੋ ਜਾਣੀ, ਇਹਨਾਂ ਤੋਂ ਸੰਭਲਿਆ ਨਹੀਂ ਜਾਣਾ। ਜੇ ਹੁਣ ਵੀ ਆਉਣ ਵਾਲੇ ਸਮੇਂ 'ਚ ਆਪਣਾ ਵਕਾਰ ਬਚਾਈ ਰੱਖਣਾ ਹਾਈ ਕੋਰਟਾਂ ਨੂੰ, ਤੇ ਹੁਣ ਕੋਈ ਮਿਹਨਤ ਨਹੀਂ ਕਰ ਰਿਹਾ ਇਹਨਾਂ ਦੀ, ਹੁਣ ਇਹਨੂੰ ਯਾਦ ਕਰਾ ਰਹੇ ਆਪਣਾ ਕੰਮ ਠੀਕ ਕਰਨਾ ਸ਼ੁਰੂ ਕਰੋ। ਸਾਰੇ ਦੇ ਸਾਰੇ ਕਰਪਸ਼ਨ ਸਿਸਟਮ ਦੇ ਵਿੱਚ ਹਾਈ ਕੋਰਟ ਨੂੰ ਅਸੀਂ ਇਸ ਨਿਗਾਹ ਨਾਲ ਨਹੀਂ ਵੇਖਦੇ ਸੀਗੇ, ਠੀਕ ਹੈ। ਮੀਡੀਆ ਸਾਡੇ ਦਾ ਬੇੜਾ ਗਰਕ ਹੋ ਗਿਆ, ਸਾਡੀ ਜਿਹੜੀ ਬਿਊਰੋਕ੍ਰੇਸੀ ਦਾ ਬੇੜਾ ਗਰਕ ਹੋ ਗਿਆ, ਸਾਡੇ ਪੋਲੀਟੀਸ਼ੀਅਨ ਦਾ ਹੋ ਗਿਆ। ਇਹ ਤਾਂ ਇਨਸਾਫ ਦੇ ਮੰਦਰਾਂ 'ਚ ਬੈਠੇ ਆ, ਇਹ ਕਿਵੇਂ ਨਾਲ ਰਲਣਗੇ? ਤੋ ਇਸ ਕਰਕੇ ਇਹ ਸਮਾਂ ਜਿਹੜਾ ਆਉਣ ਵਾਲਾ ਸਮਾਂ ਸਵਾਲ ਜਿਹੜੇ ਹੈਗੇ ਇਹਨਾਂ ਦੀਆਂ ਹਰ ਫੈਸਲੇ ਤੇ ਚੰਗੇ ਨੂੰ ਪ੍ਰਸ਼ੰਸਾ ਕੀਤੀ ਜਾਊਗੀ, ਤੇ ਜਿਹੜਾ ਫੈਸਲਾ ਇਹਨਾਂ ਦਾ ਬਾਇਸਡ ਹੋਊਗਾ ਜਾਂ ਇਸ ਤਰ੍ਹਾਂ ਦਾ ਗਲਤ ਹੋਊਗਾ ਉਹ ਤੇ ਉਂਗਲ ਉਠਾਵਾਂਗੇ ਔਰ ਸਾਹਮਣੇ ਖੜ ਕੇ ਉਠਾਵਾਂਗੇ। ਸਰ ਤੁਸੀਂ ਐਵੀਡੈਂਸ ਵਗੈਰਾ ਦੀ ਪਹਿਲਾਂ ਵੀ ਗੱਲ ਕੀਤੀ, ਜਦੋਂ ਆਪਾਂ ਪਹਿਲਾਂ ਗੱਲ ਕੀਤੀ ਸੀ ਤੁਸੀਂ ਕਿਹਾ ਸੀ 4 ਮਰਡਰ ਕੇਸ ਨੇ, 1 ਬੰਬ ਬਲਾਸਟ ਹੈ, ਤਾਂ ਉਹ ਐਵੀਡੈਂਸ ਵੀ ਤੁਸੀਂ ਦਿੱਤੇ ਹੋਏ ਨੇ। ਤਾਂ ਕੀ ਲੱਗਦਾ ਕਿ ਜਿਹੜੇ ਐਵੀਡੈਂਸ ਤੁਸੀਂ ਮੁਹੱਈਆ ਕਰਵਾਏ ਨੇ, ਗੁਰਪ੍ਰੀਤ ਸਿੰਘ ਜੀ ਵੱਲੋਂ ਦਿੱਤੇ ਗਏ ਨੇ ਐਵੀਡੈਂਸ, ਕੀ ਉਹ ਕਾਫੀ ਨਹੀਂ ਹੈ ਕਿ ਉਹਨਾਂ ਦੇ ਬੇਸ ਦੇ ਉੱਤੇ ਜਿਹੜਾ ਕੇਸ ਅੱਗੇ ਚੱਲ ਸਕੇ? ਇਹ 2 ਪਾਰਟ ਹੈ। ਜਿਹੜਾ ਗੁਰਪ੍ਰੀਤ ਸਿੰਘ ਵਾਲਾ ਇੱਕ ਅਲੱਗ ਪਾਰਟ ਹੈ, ਜਿਹੜਾ ਮੇਰੇ ਵੱਲੋਂ ਹੈ ਮੈਂ ਇਹਦੇ ਕਰਪਸ਼ਨ ਦੇ ਵੀ ਦਿੱਤੇ ਹੈ, ਜਿਹਨੂੰ ਕਿ ਮੈਂ ਉਸ ਗੱਲ ਨੂੰ ਕੋਈ ਖਾਸ ਹੀ ਨਹੀਂ ਮੰਨਦਾ ਵੀ ਕਰਪਸ਼ਨ ਹੀ ਨਾ, ਕਰਪਸ਼ਨ ਦਾ ਕੋਈ ਬਚਿਆ ਹੀ ਨਹੀਂ ਹੋਇਆ। ਮੈਂ ਸਭ ਤੋਂ ਜ਼ਿਆਦਾ ਅੱਜ ਦੀ ਡੇਟ ਵਿੱਚ ਉਹਨਾਂ ਪੋਲੀਟੀਸ਼ੀਅਨਾਂ ਨੂੰ ਫਿਗਰ ਕਰ ਰਿਹਾ ਜਿਨ੍ਹਾਂ ਨੇ ਕਤਲ ਕੀਤੇ ਜਾਂ ਕਰਵਾਏ, ਠੀਕ ਹੈ। ਉਹਦੇ ਵਿੱਚ ਜਿਹੜਾ ਹੈਗਾ ਇਹਦਾ ਆਪਣੇ ਰਾਜੇ ਵੜਿੰਗ ਦਾ ਨਾਮ ਆਉਂਦਾ, ਇਹਨੇ ਇੱਕ ਫੈਮਿਲੀ ਮਰਵਾਈ ਪੂਰੀ ਦੀ ਪੂਰੀ। ਆਹ ਜਿਹੜੇ 2 ਜਿਹੜੇ ਹੈਗੇ ਸੰਦੀਪ ਸੰਧੂ ਤੇ ਜਿਹੜੇ ਰੰਧਾਵਾ ਆਪਣੇ ਮੰਤਰੀ ਸੀ ਜੇਲ੍ਹ ਵਾਲਾ, ਇਹਨਾਂ ਨੇ ਡਰੱਗ ਦਾ ਧੰਦਾ ਗੈਂਗਸਟਰਾਂ ਤੋਂ ਕਰਵਾ ਕੇ ਸਾਡੀ ਬੱਚੇ ਮਰਵਾਏ ਹੈ ਨਾ, ਇਹ ਵੀ ਤਾਂ ਕਾਤਲ ਹੀ ਨੇ। ਤੇ ਇਸ ਕਰਕੇ ਇਹ ਜਿਹੜੇ ਕਾਤਲ ਲੋਕ ਹੈਗੇ ਇਹ ਮੇਰੇ ਟਾਰਗੇਟ 'ਚ ਹੁਣ ਇਹ ਮੁੱਢਲੇ ਹੈਗੇ ਆ। ਇਹਨਾਂ ਨੇ ਪੀੜ੍ਹੀਆਂ ਕਤਲ ਕਰਾਈਆਂ। ਉਹਨੇ ਰਾਜੇ ਵੜਿੰਗ ਨੇ ਪਰਿਵਾਰ ਦਾ ਕਤਲ ਕਰਵਾਇਆ। ਇਹ ਆਸ਼ੂ ਜਿਹੜਾ ਹੈਗਾ ਇਹਨੇ 3 ਔਰਤਾਂ ਤੇ ਇੱਕ ਕਾਂਸਟੇਬਲ ਕਤਲ ਕਰਵਾਇਆ, ਇੱਕ ਬੰਬ ਧਮਾਕੇ ਦਾ ਜ਼ਿੰਮੇਵਾਰ ਹੈ। ਤਾਂ ਇਹ ਟਾਰਗੇਟ ਮੇਰੇ ਇਸ ਕਰਕੇ ਪਹਿਲੇ ਨੰਬਰ 'ਤੇ ਲੋਕ ਹੈਗੇ ਆ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਹੈਗਾ ਇਹਨਾਂ ਦੇ ਕੇਸਾਂ ਨੂੰ ਲੈਣਾ ਤਾਂ ਸਭ ਨੂੰ ਹੀ ਹੈ, ਪਰ ਇਹ ਪ੍ਰਾਇਓਰਟੀ 'ਤੇ ਲਿਆ ਜਾਊਗਾ। ਕਿਉਂਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਆਵਾਜ਼ਾਂ ਉੱਠਦੀਆਂ ਫਿਰ ਨਵੇਂ ਮੁੱਦੇ ਉਠਾ ਕੇ ਆਪਣੇ ਪੰਜਾਬ ਵਿੱਚ ਅੱਜ ਕੱਲ੍ਹ ਨਵੀਆਂ ਅੱਗਾਂ ਬਾਲੀਆਂ ਜਾ ਰਹੀਆਂ ਲੋਕਾਂ ਨੂੰ ਡਿਸਟਰੈਕਟ ਕਰਨ ਵਾਸਤੇ। ਆ ਨਵਾਂ ਪਾਦਰੀਆਂ ਵਾਲਾ ਤੇ ਸਿੱਖਾਂ ਵਾਲਾ ਜਿਹੜਾ ਉਹ ਨਵਾਂ ਮੁੱਦਾ ਉਛਾਲਿਆ ਜਾ ਰਿਹਾ, ਕਿਉਂਕਿ ਪੁਰਾਣੇ ਮੁੱਦਿਆਂ ਨੂੰ ਅਸੀਂ ਭੇਤ ਪਾ ਗਏ ਹਾਂ। ਹਿੰਦੂ ਸਿੱਖ ਤਾਂ ਇਹਨਾਂ ਤੋਂ ਪਾੜਿਆ ਗਿਆ ਨਹੀਂ ਹੁਣ ਤੱਕ, ਤੇ ਆ ਇੱਕ ਨਵਾਂ ਤਜਰਬਾ ਹੋਰ ਕਰਕੇ ਵੇਖਣ ਲੱਗੇ ਆ। ਇਹ ਹੋਣਾ ਨਹੀਂ, ਪੰਜਾਬੀ ਜਾਗੇ ਹੋਏ ਆ, ਅਸੀਂ ਪੰਜਾਬੀ ਹਾਂ, ਅਸੀਂ ਹਿੰਦੂ ਮੁਸਲਿਮ ਸਿੱਖ ਈਸਾਈ ਬਾਅਦ ਵਿੱਚ ਹੈ। ਸਾਡੀ ਪਹਿਲਾ ਸਾਡਾ ਜਿਹੜਾ ਧਰਮ ਹੈ ਸਾਡਾ ਪੰਜਾਬ ਹੈ, ਪੰਜਾਬੀ ਹੋਣਾ ਹੈ, ਪੰਜਾਬੀਅਤ ਹੈਗੀ ਹੈ। ਤੇ ਬਾਕੀ ਅਗਲਾ ਧਰਮ ਤਾਂ ਤੁਹਾਡਾ ਜਿੱਥੇ ਤੁਸੀਂ ਪੈਦਾ ਹੋਏ ਹੋ ਉਹਦਾ ਮਤਲਬ ਇੱਕ ਹਰ ਇੱਕ ਦਾ ਰਾਈਟ ਹੈ ਔਰ ਵੱਖਰੀ ਗੱਲ ਹੈ, ਉਹ ਪਰਸਨਲ ਹੈ। ਉਹਦੇ ਨਾਲ ਕਿਸੇ ਦਾ ਸਮਾਜ ਦਾ ਲੈਣਾ ਦੇਣਾ ਨਹੀਂ ਹੁੰਦਾ ਗਾ। ਉਹ ਜਿਸ ਧਰਮ 'ਚ ਜਿਹੜਾ ਕੋਈ ਖੁਸ਼ ਰਹੇ ਉਹਦੇ ਨਾਲ ਕੋਈ ਕੰਸਰਨ ਨਹੀਂ ਹੁੰਦਾ। ਪਰ ਸਾਡਾ ਪਹਿਲਾ ਜਿਹੜਾ ਇੱਕ ਧਰਮ ਪੰਜਾਬੀ ਵੀ ਹੈਗਾ, ਸਾਡੀ ਮਾਂ ਬੋਲੀ ਪੰਜਾਬੀ ਹੈ। ਅਸੀਂ ਇਸ ਧਰਤੀ 'ਤੇ ਪੈਦਾ ਹੋਏ ਹਾਂ, ਅਸੀਂ ਇਸ ਧਰਤੀ ਦਾ ਬਹੁਤ ਨੁਕਸਾਨ ਕੀਤਾ ਹੈ। ਅਸੀਂ ਇਹਦੀ ਧਰਤੀ ਦੇ ਪਾਣੀਆਂ ਦੇ ਵਿੱਚ ਜ਼ਹਿਰ ਪਾ ਦਿੱਤਾ ਹੈ, ਹਵਾ ਜ਼ਹਿਰੀਲੀ ਕਰ ਦਿੱਤੀ ਹੈ। ਆਉਣ ਵਾਲੀਆਂ ਜਨਰੇਸ਼ਨਾਂ ਵਾਸਤੇ ਅਸੀਂ ਇੱਥੇ ਕੁਝ ਨਹੀਂ ਛੱਡਿਆ। ਤੇ ਰਹਿੰਦਾ ਹੁੰਦਾ ਕਰਪਸ਼ਨ ਦਾ ਜਿਹੜਾ ਸਿਸਟਮ ਹੈ। ਦੇਖੋ ਕਰਪਸ਼ਨ ਨਾਂ ਦੇ ਜਿੰਨ ਨੂੰ ਜਿੰਨਾ ਚਿਰ ਫੜ ਕੇ ਬੋਤਲ ਵਿੱਚ ਨਹੀਂ ਪਾਇਆ ਜਾਂਦਾ ਉਹਨਾਂ ਚਿਰ ਜਿਹੜੇ ਹਾਲਾਤ ਕਿਸੇ ਪਾਸਿਓਂ ਸਿਖਾਵੇ ਨਹੀਂ ਹੋ ਸਕਦੇ। ਲੋਕ ਆਪਣੇ ਨਿੱਜ ਤੋਂ ਉੱਠਣ, ਹੁਣ ਤੱਕ ਦੇ ਲੋਕ ਇਹ ਮੰਨਣ ਕਿ ਜਿਹੜਾ ਇਹ ਸਟੇਟ ਜਿਹੜੀ ਹੈਗੀ ਉਹਦਾ ਨੁਕਸਾਨ ਸਾਡੇ ਕਰਕੇ ਹੋਇਆ। ਜੇ ਅਸੀਂ ਆਪਣੇ 'ਤੇ ਜ਼ਿੰਮੇਵਾਰੀ ਨਹੀਂ ਲੈਂਦੇ ਫਿਰ ਅਸੀਂ ਠੀਕ ਕਰਨ ਦੀ ਜ਼ਿੰਮੇਵਾਰੀ ਕਿਵੇਂ ਲਵਾਂਗੇ? ਅਸੀਂ ਦੂਜੇ 'ਤੇ ਪਾਉਂਦੇ ਹਾਂ। ਉਹ ਕਹਿੰਦੇ ਉਹਨੇ ਕੀਤਾ, ਉਹ ਕਹਿੰਦਾ ਉਹਨੇ ਕੀਤਾ। ਇੱਥੇ ਕਈ ਅਫਸਰ ਫਿਰਦੇ ਲੀਡਰ ਬਣਨ ਨੂੰ, ਉਹ ਆ ਕੇ ਹੁਣ ਗੱਲਾਂ ਕਰਦੇ ਵੀ ਸਾਨੂੰ ਪੋਲੀਟੀਸ਼ੀਅਨ ਨਹੀਂ ਕਰਨ ਦਿੱਤਾ। ਫਿਰ ਤੁਸੀਂ ਹੁਣ ਪੋਲੀਟੀਸ਼ੀਅਨ ਬਣ ਕੇ ਕਿਵੇਂ ਕਰਾ ਲਓਗੇ? ਫਿਰ ਜੇ ਤੁਹਾਨੂੰ ਤੁਸੀਂ ਉਹਨਾਂ ਦੇ ਕਿਹਾ ਨਹੀਂ ਕੀਤਾ ਪਹਿਲਾਂ ਤੁਹਾਨੂੰ ਅਫਸਰਾਂ ਨੇ, ਅੱਜ ਤੁਸੀਂ ਪੋਲੀਟੀਸ਼ੀਅਨ ਬਣ ਕੇ ਕਿਵੇਂ ਕਰਾ ਲਓਗੇ? ਤਾਂ ਇਹ ਗੇਮਾਂ ਜਿਹੜੀਆਂ ਖੇਡਣੀਆਂ ਚਾਹੁੰਦੇ ਇਹਨੂੰ ਐਕਸਪੋਜ਼ ਕਰਨ ਵਾਸਤੇ ਜਿਹੜੇ ਲੋਕਾਂ 'ਚ ਜਾਗਰਤੀ ਦੀ ਲੋੜ ਸੀ ਉਹ ਸੋਸ਼ਲ ਮੀਡੀਆ ਕਰਕੇ ਆਈ ਹੋਈ ਹੈ। ਕੁਛ ਪ੍ਰਮਾਤਮਾ ਨੇ ਮੇਰੇ ਵਰਗੇ ਬੰਦੇ ਦੀ ਡਿਊਟੀ ਲਾਈ ਹੋਈ ਹੈ। ਉਹ ਅੱਗੇ ਉਮੀਦ ਕਰਦੇ ਹਾਂ, ਮੈਂ ਵਾਰ-ਵਾਰ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਕਿ ਹਰੇਕ ਜ਼ਿਲ੍ਹੇ ਵਿੱਚ ਠੀਕ ਹੈ ਘੱਟੋ ਘੱਟ ਇੱਕ ਅੱਧਾ ਬੰਦਾ ਇਹੋ ਜਿਹਾ ਜਿਹੜਾ ਸੱਚ ਬੋਲਣ ਵਾਲਾ ਪੈਦਾ ਹੋ ਜਾਵੇ। ਤੇ 22-25 ਬੰਦੇ ਜੇ ਅਸੀਂ ਹੋ ਗਏ ਤਾਂ ਇਹਨਾਂ ਦਾ ਤਾਂ ਜੀਣਾ ਹਰਾਮ ਕਰ ਦੇਣਗੇ। ਕਿਉਂਕਿ ਸਾਰੇ ਹੀ ਪ੍ਰੋਬਲਮ ਹੈ ਕਿ ਕੰਪੀਟੀਸ਼ਨ ਕੋਈ ਹੈ ਹੀ ਨਹੀਂ, ਜਿਹਦੀ ਮਰਜ਼ੀ ਕਲਰ ਤੋਂ ਫੜ ਲਓ। ਸਾਰੇ ਦੇ ਸਾਰੇ ਬਿਲਕੁਲ ਕਰਪਟ ਔਰ ਚੋਰ ਨੇ, ਸਾਰੇ ਆਸ਼ੂ ਨੇ, ਸਾਰੇ ਬੈਂਸ ਨੇ।
ਤੋ ਇਸ ਕਰਕੇ ਹੁਣ ਨਵੀਂ ਸਰਕਾਰ ਦੇ ਵੀ ਤੁਸੀਂ ਵੇਖ ਰਹੇ ਹੋ, ਇੱਥੇ ਇੱਕ ਮੈਂ ਦੇਖ ਰਿਹਾ ਸੀ ਕੱਲ੍ਹ ਹੀ ਪਾਇਲ ਤੋਂ ਇੱਕ ਔਰਤ ਰੌਲਾ ਪਾ ਰਹੀ ਸੀਗੀ ਵੀ ਐਮਐਲਏ ਜਿਹੜਾ ਹੈਗਾ ਇਕੱਲੀ ਨੂੰ ਬੁਲਾਉਂਦਾ ਹੈਗਾ। ਬੇਸਿਕ ਕਰੈਕਟਰ ਤਾਂ ਸਭ ਦੇ ਉਹੀ ਹੈ, ਹੋਰ ਵੀ ਕੁਛ ਜਿਹੜਾ ਆ ਰਿਹਾ ਸੀ ਕਿਸੇ ਦੇ ਪਾਸੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ, ਬਾਅਦ 'ਚ ਪਤਾ ਲੱਗਿਆ ਕਿ ਉਹ ਜਿਹੜੇ ਰੇਤ ਮਾਫੀਆ ਦਾ ਮਸਲਾ ਨਿਕਲਿਆ ਆ, ਉੱਥੇ ਵੀ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ। ਤਾਂ ਐਕਸਪੋਜ਼ ਹੋ ਰਹੇ ਹੈ। ਐਕਸਪੋਜ਼ ਕਿਉਂ ਹੋ ਰਹੇ ਹੈ? ਇਹਨਾਂ ਨੇ ਵਿਚਾਰਿਆਂ ਨੇ ਪੈਸੇ ਦੇ ਕੇ ਟਿਕਟਾਂ ਲਈਆਂ ਸੀ। ਹੁਣ ਹੁਕਮ ਇਹਨਾਂ ਨੂੰ ਹੋ ਗਿਆ ਵੀ ਤੁਸੀਂ ਪੈਸੇ ਲੈਣੇ ਨਹੀਂ, ਕਿਉਂਕਿ ਪੈਸੇ ਸਾਰੇ ਉੱਪਰ ਲੈਣ ਚਾਹੀਦੇ ਆ। ਉਹਨਾਂ ਨੇ ਗੁਜਰਾਤ ਦੀਆਂ ਤੇ ਇਲੈਕਸ਼ਨਾਂ ਲੜਨੀਆਂ, ਹਿਮਾਚਲ ਦੀਆਂ, ਜਿੱਥੇ ਜਿਹ ਸਫਲਤਾ ਮਿਲਣੀ ਨਹੀਂ ਇਹਨਾਂ ਨੂੰ ਫਿਰ ਵੀ, ਪਰ ਉਹਦੇ ਕਰਕੇ ਥੱਲੇ ਇਹਨਾਂ ਨੇ ਐਕਸਕਿਊਜ਼ ਗਲ ਘੁੱਟੇ ਹੋਏ ਇਹਨਾਂ ਦੇ। ਫਿਰ ਇਹ ਨਿੱਕੀਆਂ ਨਿੱਕੀਆਂ ਜਿਹੜੀਆਂ ਆਪਣੀਆਂ, ਕਿਉਂਕਿ ਪੈਸੇ ਭਰੇ ਹੋਏ, ਕਰਨ ਵੀ ਕੀ ਇਹ ਤਾਂ ਬੜੀ ਅਜੀਬ ਤੇ ਹਾਸੋਹੀਣੀ ਤੇ ਮਤਲਬ ਦਿਲਚਸਪ ਸਥਿਤੀ ਸਟੇਟ ਦੀ ਇਸ ਟਾਈਮ ਬਣੀ ਹੋਈ ਹੈ। ਨਵੇਂ ਇਹਨਾਂ ਦੇ ਕਾਰਨਾਮੇ ਸਾਹਮਣੇ ਆ ਰਹੇ ਆ। ਹੋਰ ਮੇਰੇ ਕੁਝ ਹੈਗੀਆਂ ਧਿਆਨ 'ਚ ਗੱਲਾਂ ਆਉਣ ਵਾਲੇ ਸਮੇਂ 'ਚ ਕਰਾਂਗੇ, ਪਰ ਮੇਰੀ ਪਹਿਲੀ ਪ੍ਰਾਇਓਰਟੀ ਜਿਹੜਾ ਰਵਨੀਤ ਬਿੱਟੂ ਵਾਲਾ ਮਸਲਾ ਜਿਹੜਾ ਹੈਗਾ ਉਹਦੇ 'ਤੇ ਕੇਸ ਰਜਿਸਟਰ ਕਰਾਉਣਾ, ਜਿਹੜਾ ਕਿ ਉਹਨੇ ਇਸ ਕੇਸ ਵਿੱਚ ਆਸ਼ੂ ਦੇ ਵਿੱਚ ਗ੍ਰਿਫਤਾਰੀ 'ਚ ਵਿਘਨ ਪਾਇਆ ਸੀਗਾ। ਉਹ ਜਿਹੜਾ ਹੈਗਾ ਕਈ ਦਿਨ ਹੋ ਗਏ ਮੈਂ ਇਸ ਪੱਤੇ ਘੱਟ ਗੱਲ ਕਰ ਰਿਹਾ, ਅਤੇ ਇਹਨਾਂ ਨੂੰ ਸ਼ਾਇਦ ਲੱਗਦਾ ਕਿ ਮੈਂ ਭੁੱਲ ਗਿਆ ਉਹ, ਅਤੇ ਉਹ ਕੁਛ ਹੋਰ ਰੁਝੇਵੇਂ ਕਰਕੇ ਅਸੀਂ ਥੋੜ੍ਹੇ ਪਿੱਛੇ ਸੀਗੇ। ਆਉਣ ਵਾਲੇ ਦਿਨਾਂ ਵਿੱਚ ਕੱਲ੍ਹ ਅਸੀਂ ਇਹਦੀ ਰਣਨੀਤੀ ਬਣਾ ਕੇ ਸ਼ਾਇਦ ਪਰਸੋਂ ਤੋਂ ਬਾਅਦ ਇਹਦੇ 'ਤੇ ਕੋਈ 1-2 ਮਸਲੇ ਹੋਰ ਆ ਲੋਕਲ, ਸ਼ਾਇਦ ਧਰਨੇ 'ਤੇ ਬੈਠਾਂਗੇ ਔਰ ਚੰਗੀ ਤਰ੍ਹਾਂ ਯਾਦ ਕਰਾਵਾਂਗੇ ਤੁਹਾਨੂੰ ਵੀ ਆਉਣ ਵਾਲੇ ਸਮੇਂ 'ਚ ਜਿਹੜੀਆਂ ਗੱਲਾਂ ਤੁਹਾਡੇ ਤੋਂ ਕਰਾਉਣੀਆਂ ਬਣਦੀਆਂ ਉਹ ਤੁਸੀਂ ਜਿਹੜਾ ਨਹੀਂ ਬਣਾਓਗੇ, ਬੰਦੇ ਦੇ ਪੁੱਤਾਂ ਵਾਂਗੂ ਨਹੀਂ ਕਰਾਂਗੇ, ਪਰ ਹਿੱਕ 'ਤੇ ਬੈਠ ਕੇ ਤਾਂ ਅੱਗੇ ਵੀ ਕਰਾਈਆਂ ਅਤੇ ਗਾਂਹ ਵੀ ਕਰਾ ਲਾਂਗੇ। ਸਾਡੇ ਕੋਲ ਤਾਂ ਕੋਈ ਕਮੀ ਨਹੀਂ ਪੇਸ਼ੀ ਕਿਸੇ ਚੀਜ਼ ਦੀ ਹੈ ਨਹੀਂ, એનર્ਜੀ ਦੀ ਵੀ ਕੋਈ ਦਿੱਕਤ ਨਹੀਂ ਹੈਗੀ, ਅਤੇ ਟਾਈਮ ਵੀ ਹੈਗਾ, ਅਤੇ ਹੁਣ ਤਾਂ ਲੋਕਾਂ ਦਾ ਸਾਥ ਵੀ ਹੈਗਾ। ਤੋ ਇਸ ਕਰਕੇ ਜੀ ਇੱਥੇ ਮੇਰਾ ਕਈ ਵੀ ਸਵਾਲ ਹੈ। ਤੁਸੀਂ ਕਾਫੀ ਨਾਮ ਲਏ ਨੇ, ਲੀਡਰਾਂ ਦੇ ਨਾਮ ਲਏ ਨੇ ਕਿ ਤੁਸੀਂ ਦੱਸਿਆ ਸਾਰੇ ਕਰਪਟ ਨੇ, ਔਰ ਕਤਲ ਦੇ ਮਾਮਲੇ ਬਾਰੇ ਤੁਸੀਂ ਗੱਲ ਕੀਤੀ ਆ। ਤੁਸੀਂ ਨਾਮ ਲੈ ਰਹੇ ਹੋ ਖੁੱਲ੍ਹੇ ਸਿੱਧੇ ਤੌਰ ਦੇ ਉੱਤੇ, ਕੀ ਤੁਹਾਡੇ ਕੋਲ ਕੋਈ ਪ੍ਰੂਫ ਹੈਗੇ ਨੇ ਉਹਨਾਂ ਦੇ ਖਿਲਾਫ? ਕੱਲ੍ਹ ਨੂੰ ਤੁਹਾਡੇ ਦੇ ਉੱਤੇ ਮਾਨਹਾਨੀ ਦਾ ਕੇਸ ਵੀ ਕਰ ਸਕਦੇ ਨੇ। ਇਹਨਾਂ ਦੀ ਇੰਨੀ ਹਿੰਮਤ ਹੈ? ਇਹ ਜਿਹੜੇ ਨਪੁੰਸਕ ਲੋਕ ਮੇਰੇ 'ਤੇ ਕੇਸ ਕਰਨਗੇ ਜੀ? ਮੇਰੇ ਕੋਲ ਹੈਗੇ ਐਵੀਡੈਂਸ ਤਾਂ ਹੀ ਕਰ ਰਿਹਾ ਨਾ। ਜਿਹੜੀ ਆ ਡਰੱਗ ਦੀ ਐਵੀਡੈਂਸ ਹੈ, ਮੁਖਤਾਰ ਅੰਸਾਰੀ ਨੂੰ 3.5 ਸਾਲ ਇਹਨਾਂ ਨੇ ਇੱਥੇ 3 ਸਾਲ ਜੇਲ੍ਹ ਦੇ ਵਿੱਚ ਰੱਖਿਆ। ਉਹਨੂੰ ਮੈਂ ਕਹਿੰਦਾ ਉਹਨਾਂ ਬੜੀ ਤਕਲੀਫ ਹੁੰਦੀ ਜਵਾਈ ਬਣਾ ਕੇ, ਜਦੋਂ ਕਹਿੰਦਾ ਮਤਲਬ ਕਿਉਂਕਿ ਸੇਵਾ ਸੀ ਜਵਾਈ ਭਾਈ ਦੀ ਕਰਦੇ ਨਾ, ਅਤੇ ਉਹ ਇੱਕ ਤਰੀਕੇ ਨਾਲ ਪੂਰੇ ਦੇ ਪੂਰਾ ਦਰਬਾਰ ਲੱਗਦੇ ਹੁੰਦੇ ਸੀ ਇੱਥੇ, ਠੀਕ ਹੈ। ਉੱਥੇ ਉਹ ਲੱਗਦੇ ਹੁੰਦੇ ਸੀ, ਆਪਣੇ ਅਖਾੜੇ ਲੱਗਦੇ ਹੁੰਦੇ ਸੀ, ਆਪਣੇ ਸਿੰਗਰ ਮਹਾਂਪੁਰਸ਼ ਜਾਂਦੇ ਹੁੰਦੇ ਸੀਗੇ, ਠੀਕ ਹੈ। ਬੜੇ ਨਾਮ ਹੈਗੇ ਆ ਜਾਣਗੇ ਸਾਹਮਣੇ। ਆ ਇਹਨਾਂ ਦਾ ਹਰਜੋਤ ਬੈਂਸ ਹੈ, ਇਹਨੇ ਕਿਹਾ ਹੈ ਇਹ ਚੀਜ਼ਾਂ, ਮੈਂ ਥੋੜ੍ਹਾ ਕਹਿ ਰਿਹਾ। ਹਰਜੋਤ ਬੈਂਸ ਨੇ ਕਿਹਾ, ਹੁਣ ਕਿ ਚੁੱਪ ਕਰ ਗਿਆ। ਤੋ ਇਸ ਕਰਕੇ ਸਬੂਤ ਸਾਰੇ ਹੈਗੇ ਆ। ਜਿਹੜਾ ਸੰਦੀਪ ਸੰਧੂ ਹੈਗਾ ਉਹਦੇ ਸਬੂਤ ਜਿਹੜੇ ਹੈਗੇ ਆ, ਜਿਹੜੇ ਹਰਪ੍ਰੀਤ ਸਿੱਧੂ ADGP ਹੈਗੇ ਆ, ਉਹਨਾਂ ਦੀ ਇਨਕੁਆਇਰੀ ਗੁਰਦੀਪ ਰਾਣਾ ਸਰਪੰਚ ਵਾਲੀ 'ਚ ਬਿਲਕੁਲ ਨਾਮ ਲੈ ਕੇ ਲਿਖੀਆਂ ਹੋਈਆਂ ਰਿਪੋਰਟਾਂ ਹੈਗੀਆਂ। ਜਿਹੜਾ ਰਾਜਾ ਵਿੜੰਗ ਹੈਗਾ ਉਹਦੇ ਬੜੇ ਸਬੂਤ ਆ। ਉਹ ਫੈਮਿਲੀ ਮਰੀ 6 ਪੰਨਿਆਂ ਦਾ ਐਫੀਡੇਵਿਟ ਪਿਆ, ਜਿਹੜਾ ਝਟਲਾਇਆ ਨਹੀਂ ਜਾ ਸਕਦਾ। ਅਤੇ ਆਸ਼ੂ ਵਾਲੇ ਤਾਂ ਮੇਰੇ ਕੋਲ ਆਪਣੇ ਕੋਲ ਹੈਗੇ। ਬਿਨਾਂ ਸਬੂਤਾਂ ਦਾ ਮਤਲਬ ਹੀ ਨਹੀਂ ਹੈ। ਮਾਨਹਾਨੀ ਕਿੱਥੋਂ ਕਰ ਲੈਣਗੇ? ਮੈਂ ਤਾਂ ਕਈ ਗੱਲਾਂ ਬਿਨਾਂ ਸਬੂਤੋਂ ਵੀ ਕਹਿੰਦਾ ਜਿਹੜੀਆਂ ਸੱਚੀਆਂ, ਉਹਦੇ 'ਤੇ ਇਹਨਾਂ ਦੀ ਹਿੰਮਤ ਨਹੀਂ ਹੋਈ ਕਦੇ। ਅਤੇ ਇਹ ਤਾਂ ਸਾਰੀ ਐਵੀਡੈਂਸ ਵਾਲੀ ਹੈਗੀ ਹੈ, ਕੋਈ ਦਿੱਕਤ ਨਹੀਂ। ਐਵੀਡੈਂਸ ਹੈਗੀ ਵੀ ਹੈ, ਮੈਂ ਬਿਨਾਂ ਐਵੀਡੈਂਸ ਤੋਂ ਵੀ ਸੱਚ ਬੋਲਣਾ ਜਾਣਦਾ। ਸੱਚੀ ਗੱਲ ਹੋਣੀ ਚਾਹੀਦੀ, ਉਹਦੇ ਵਾਸਤੇ ਸਬੂਤ ਦੀ ਲੋੜ ਨਹੀਂ ਹੁੰਦੀ। ਇਹ ਦੱਸਣਾ ਕਿ ਸਬੂਤ ਲਿਆਉਣਗੇ, ਜੇ ਮੈਂ ਤਾਂ ਕਹਿਤਾ ਸੱਚ ਬੋਲਤਾ, ਜੇ ਮੈਂ ਝੂਠਾ ਤਾਂ ਲਿਆਉਣ ਸਬੂਤ ਹੈ। ਇਹ ਮੇਰਾ ਕੰਮ ਥੋੜ੍ਹਾ ਹੈਗਾ, ਇਹਨਾਂ ਦਾ ਕੰਮ ਹੈ ਪ੍ਰੋਟੈਕਟ ਕਰਨਾ ਵੀ ਇਹ ਗਲਤ ਕੀਤੀ ਤਾਂ ਸਾਡੇ ਕੋਲ ਆਹ ਸਬੂਤ ਹੈ ਜੀ, ਆਹ ਫਾਈਲ ਹੈ ਜੀ, ਉਹ ਲੈ ਕੇ ਆਉਣੇ। ਤਾਂ ਇਸ ਕਰਕੇ ਲਿਆਉਣਗੇ ਜੇ ਹੋਣਗੇ। ਅੱਜ ਤੱਕ ਕੁਛ ਨਹੀਂ ਆ ਸਕਿਆ, ਨਹੀਂ ਲਿਆ ਸਕਦੇ। ਇਹਨਾਂ ਦੇ ਪੱਲੇ ਕੁਛ ਨਹੀਂ ਹੈਗਾ। ਸਾਰਾ ਸਿਸਟਮ ਜਿਹੜਾ ਹੈਗਾ ਕਰਪਸ਼ਨ ਨੇ ਇੰਨੇ ਅੰਨੇ ਕਰਤੇ ਸੀ, ਇਹਨਾਂ ਨੂੰ ਕਦੇ ਸੋਚਿਆ ਹੀ ਨਹੀਂ ਸੀ ਇਹਨਾਂ ਨੇ ਵੀ ਸਾਡੇ ਦੇ ਆਹ ਦਿਨ ਵੀ ਆਉਣਗੇ। ਇਹ ਸਾਈਕਲ ਟੁੱਟ ਗਿਆ ਤਾਂ ਇਹ ਪੰਗੇ 'ਚ ਪੈ ਗਏ। ਜੇ ਸਾਈਕਲ ਨਾ ਟੁੱਟਦਾ ਅਕਾਲੀ ਕਾਂਗਰਸ ਦਾ, ਤਾਂ ਫਿਰ ਕਿਹਨੇ ਪੁੱਛਣਾ ਸੀਗਾ? ਤੋ ਜੇ ਸਾਈਕਲ ਟੁੱਟਣ ਕਰਕੇ ਆ ਨਵੇਂ ਜਿਹੜੇ ਖਿਡਾਰੀ ਬੱਚੇ ਆ ਗਏ ਆ, ਅਤੇ ਇਹਨੇ ਐਕਸਪੋਜ਼ ਹੋਣੇ ਸ਼ੁਰੂ ਹੋਏ ਵੇ ਆ। ਸੋ ਪੰਜਾਬ ਦੇ ਹਿੱਤ ਵਿੱਚ ਜਿਹੜਾ ਮਾਹੌਲ ਹੈ ਪਰਮਾਤਮਾ ਦੀ ਕਿਰਪਾ ਨਾਲ ਅੱਛਾ ਚੱਲ ਰਿਹਾ। ਤਾਂ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਿਹੜੇ ਕਾਫੀ ਨਾਮ ਸਾਹਮਣੇ ਆ ਰਹੇ ਨੇ, 1-2 ਨਾਮ ਹੋਰ ਨੇ ਜਿਹੜੇ ਲੀਡਰਾਂ ਦੇ, ਉਹ ਵੀ ਖੁੱਲ੍ਹ ਕੇ ਹੁਣ ਸਾਹਮਣੇ ਆਏ ਨੇ ਕਿ ਇਹਨਾਂ ਦੇ ਉੱਤੇ ਵੀ ਜਿਹੜੀ ਜਾਂਚ ਆ ਉਹ ਸ਼ੁਰੂ ਹੋਣ ਜਾ ਰਹੀ ਹੈ। ਲੱਗਦਾ ਕਿ ਲਿਸਟ ਆ ਜਿਹੜੀ ਫਿਰ ਉਹ ਦਿਨ ਪਰ ਦਿਨ ਹੁਣ ਲੰਬੀ ਹੁੰਦੀ ਜਾਊਗੀ। ਵਿਜੇ ਇੰਦਰ ਸਿੰਗਲਾ ਦਾ ਨਾਮ ਆਇਆ ਸੀ ਇੱਕ ਤਾਂ, ਅਤੇ 183 ਸੈਂਕਸ਼ਨਾਂ ਮੰਗੀਆਂ ਇਹਨਾਂ ਨੇ ਅਫਸਰਾਂ ਦੀਆਂ ਅਤੇ ਪੋਲੀਟੀਸ਼ਨਾਂ ਦੀਆਂ। 183 183 ਅਤੇ ਹਜੇ ਤਾਂ ਜੁਮਾ ਬੰਦਾ ਹੀ ਇੱਕ ਫੜਿਆ, ਠੀਕ ਹੈ। ਜਾਂ 2 ਕਹਿ ਲਓ ਤੁਸੀਂ, ਤਾਂ ਧਰਮਸੋਤ ਨੂੰ ਵਿੱਚ ਲਾ ਲਈਏ ਤਾਂ 183 ਜੇ ਅਫਸਰ 50 ਵੀ ਲਾ ਦਿਓ, 60 ਵੀ ਲਾ ਲਓ, ਅੱਧੇ ਉਹਦੇ ਵੀ ਕਰ ਲਓ, ਤਾਂ ਵੀ 60-70 ਚਿਹਰੇ ਤਾਂ ਪੋਲੀਟੀਸ਼ਨਾਂ ਦੇ ਆਉਣਗੇ ਨਾ। ਤਾਂ ਇਸ ਕਰਕੇ ਇਹ ਨਾਮ ਜਿਹੜੇ ਹੈਗੇ ਆਉਣਗੇ। ਹਾਲਾਂਕਿ ਅਫਸਰਾਂ ਦੀ ਰੇਸ਼ੋ ਜ਼ਿਆਦਾ ਹੋਊਗੀ, ਪਰ ਇਹਨਾਂ ਨੇ ਬਚਣਾ ਅਫਸਰਾਂ ਕਰਕੇ ਹੀ ਹੈ। ਜਦੋਂ ਅਫਸਰ ਵਿੱਚ ਆਉਂਦਾ ਉਦੋਂ ਫਿਰ ਸਾਰੀ ਦੁਨੀਆ ਹਿੱਲ ਜਾਂਦੀ ਹੈ, ਫਿਰ ਸਾਰੇ ਭਾਰਤ ਦਾ ਸਿਸਟਮ ਇੱਕ ਹੋ ਜਾਂਦਾ। ਕਿਉਂਕਿ IAS ਅਫਸਰ ਜਿਹੜੇ ਹੈਗੇ ਅਸਲ ਮੈਂ ਕਹਿੰਦਾ ਨਾ 75% ਦੇ ਕਰਪਟ ਉਹ ਨੇ, ਸਭ ਤੋਂ ਵੱਡੇ ਬੈਨੀਫਿਸ਼ਰੀ ਉਹ ਨੇ। ਉੱਥੇ ਆ ਕੇ ਬ੍ਰੇਕਾਂ ਲੱਗਦੀਆਂ। ਜਿਹਦਾ ਸਭ ਤੋਂ ਵੱਡਾ ਜਿਹੜਾ ਉਦਾਹਰਨ ਹੈਗੀ ਹੈ ਸਿੰਚਾਈ ਘੁਟਾਲਾ, ਜਿਹੜਾ ਜਿਵੇਂ ਹਰਜੋਤ ਬੈਂਸ ਦੀ ਮੈਂ ਗੱਲ ਕੀਤੀ, ਇਵੇਂ ਜਿਹੜਾ ਇਹ ਕੇਸ ਸੀਗਾ ਅੱਜ ਤੋਂ 1.5 ਮਹੀਨੇ ਪਹਿਲਾਂ ਇਹ ਹੋ ਗਿਆ ਸੀ ਕਿ ਭਗਵੰਤ ਮਾਨ ਨੇ ਸਾਈਨ ਕਰਤੇ ਅਤੇ ਇੱਕ ਘੁਟਾਲਾ ਖੁੱਲ੍ਹ ਗਿਆ। ਉੱਥੇ ਬ੍ਰੇਕਾਂ ਲੱਗੀਆਂ ਉਹ ਤੋਂ ਬਾਅਦ, ਕਿਉਂਕਿ ਉਹ 'ਚ 3 ਅਫਸਰ ਕਾਹਨ ਸਿੰਘ ਪੰਨੂ, ਸਰਵੇਸ਼ ਕੌਸ਼ਲ ਅਤੇ ਇੱਕ ਹੈ ਆਪਣੇ ਤੀਜੇ ਦਾ ਨਾਮ ਮੇਰੇ ਦਿਮਾਗ 'ਚੋਂ ਨਿਕਲਦਾ, KBS ਸਿੱਧੂ। ਇਹ 3 ਅਫਸਰ ਜਿਹੜੇ 'ਚ ਇਨਵੋਲਵ ਹੈ। ਬਾਕੀ ਤਾਂ 2 ਮੰਤਰੀ ਅਕਾਲੀਆਂ ਦੇ ਬੜੀ ਨਾਮ ਦੱਸਿਆ ਕੀ ਲੈਣਾ ਇਹਨਾਂ ਦਾ। ਤਾਂ ਇਹ ਬੰਦੇ ਇਸ ਕਰਕੇ ਹੋ ਜਾਂਦਾ ਕਿ ਅਫਸਰ ਇਨਵੋਲਵ। ਅਫਸਰ ਤਾਂ ਇਹਨੇ ਤਾਂ ਕਦੇ ਸੋਚਿਆ ਹੀ ਨਹੀਂ ਨਾ ਜੇਲ੍ਹ ਜਾਣ ਬਾਰੇ। ਇਹਨਾਂ ਦਾ ਤਾਂ ਚਲੋ ਅੱਗੇ ਵੀ ਜਾਂਦੇ ਰਹੇ ਮਾੜੀ ਮੋਟੀ। ਤਾਂ ਮੈਂ ਕਹਿੰਦਾ ਹੁੰਦਾ ਚਲੋ ਇਸ ਮਾਮਲੇ 'ਚ ਆਉਣ ਵਾਲੇ ਸਮੇਂ 'ਚ ਜੇਲ੍ਹਾਂ ਦਾ ਪ੍ਰਬੰਧ ਅੱਛਾ ਹੋ ਜਾਊਗਾ। ਜਦੋਂ ਏਡੇ VIP ਮਜੀਠੀਆ ਜਾ ਕੇ ਆਇਆ, ਸਿੱਧੂ ਬੈਠਾ, ਆਸ਼ੂ ਹੋਰੀ ਬੈਠੇ ਹੈ, ਤਾਂ ਜੇਲ੍ਹਾਂ ਦੀ ਸੁਧਾਰ ਆਉਣ ਦੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਉਮੀਦ ਕਰਦੇ ਹਾਂ। ਕਿਉਂਕਿ ਇਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਸਾਨੂੰ ਜੇਲ੍ਹ 'ਚ ਵੀ ਜਾਣਾ ਪਿਆ ਕਰਨਾ।
ਤਾਂ ਇੱਕ ਜੇਲ੍ਹ ਪ੍ਰਬੰਧ ਜਿਹੜਾ ਹੈਗਾ ਉਹਦੇ 'ਚ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰ ਲਿਆਉਂਦੀ। ਇਹਨਾਂ ਨੂੰ ਤਾਂ ਲੋੜ ਪੈਣੀ ਹੈ ਕਿ ਜੇ ਹੁਣ ਇਹ ਸਰਕਾਰ ਨੇ ਨਾ ਘੱਲੇ ਤੇ ਕਿਤੇ ਨਾ ਕਿਤੇ ਕਮਲਿਆਂ ਵਗਰ ਸਾਡੇ ਕੋਲ ਵੀ ਜੇ ਵੀ ਕਿਤੇ ਪ੍ਰਮਾਤਮਾ ਨੇ ਸੁਣ ਲਿਆ ਤੇ ਫਿਰ ਤੇ ਇਹਨਾਂ ਦਾ ਜੋ ਹੋਣਾ ਇਹਨਾਂ ਨੂੰ ਪਤਾ ਹੀ ਹੈ। ਤਾਂ ਸੋ ਇਹ ਸਰਕਾਰ ਨੂੰ ਚਾਹੀਦਾ ਕਿ ਜੇ ਆਪ ਇਹਨਾਂ ਨੇ ਕਰਪਸ਼ਨ ਕਰਨੀ ਹੈ ਤਾਂ ਵੀ ਇਸ ਗੱਲ ਦਾ ਧਿਆਨ ਕਰ ਲੈਣ ਕਿ ਜੇਲ੍ਹਾਂ ਦਾ ਸੁਧਾਰ ਕਰ ਲੈਣ, ਨਹੀਂ ਕਰਨੀ ਤਾਂ ਫਿਰ ਇਹਨਾਂ ਵਾਸਤੇ ਜੇ ਇਹਨਾਂ ਤੋਂ ਕੁਝ ਨਾ ਹੋਇਆ ਤਾਂ ਕੁਝ ਲੋਕ ਹੋਰ ਹੋਣਗੇ ਤੇ ਇਹਨਾਂ ਨੂੰ ਜੇਲ੍ਹ ਦਾ ਰਸਤਾ ਵਿਖਾਉਣਗੇ। ਤਾਂ ਸੋ ਉਮੀਦ ਕਰਦੇ ਹਾਂ ਆਉਣ ਵਾਲਾ ਸਮਾਂ ਚੰਗਾ ਰਹੇ। ਤਾਂ ਤੁਸੀਂ ਅਫਸਰਾਂ ਦਾ ਜ਼ਿਕਰ ਕੀਤਾ ਕਿ ਅਫਸਰ ਨੇ ਜਿਹੜੇ ਉਹ ਨਾਲ ਰਲੇ ਹੋਏ ਨੇ, ਤੁਸੀਂ ਇੱਥੇ ਇਹ ਗੱਲ ਕਹਿ ਰਹੇ ਹੋ ਤਾਂ ਕੀ ਤੁਸੀਂ ਵੀ ਅਫਸਰ ਰਹੇ ਹੋ, ਇੱਕ ਬੜਾ ਲੰਬਾ ਸਮਾਂ ਤੁਸੀਂ ਜੌਬ ਕੀਤੀ ਆ, ਕਿ ਤੁਸੀਂ ਉਸ ਸਿਸਟਮ ਨੂੰ ਨਹੀਂ ਅਪਣਾ ਸਕੇ ਜਾਂ ਉਹ ਸਿਸਟਮ ਤੁਹਾਨੂੰ ਨਹੀਂ ਅਪਣਾ ਸਕਿਆ? ਕਿ ਤੁਸੀਂ ਇੰਨਾ ਸੱਚ ਬੋਲ ਰਹੇ ਹੋ, ਇੰਨੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਔਰ ਐਵੀਡੈਂਸ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਕੋਲ ਪ੍ਰੋਪਰ ਐਵੀਡੈਂਸ ਨੇ ਇਹਨਾਂ ਚੀਜ਼ਾਂ ਦੇ ਉੱਤੇ, ਤਾਂ ਕੀ ਲੱਗਦਾ ਕਿ ਕੀ ਕਾਰਨ ਨੇ ਜਿਹੜੇ ਅਫਸਰ ਇਹਨਾਂ ਚੀਜ਼ਾਂ ਦੇ ਵੱਲ ਜਾਂਦੇ ਨੇ ਉਹ ਕਰਪਟ ਹੁੰਦੇ ਨੇ? ਤਾਂ ਕਾਰਨ ਕੀ ਰਹਿੰਦਾ? ਕੀ ਕੋਈ ਸਿਆਸੀ ਦਬਾਅ ਹੁੰਦਾ ਹੈ ਜਾਂ ਕੋਈ ਨਿੱਜੀ ਇੱਥੇ ਮਸਲਾ ਬਣ ਜਾਂਦਾ ਕਿ ਉਹਦੇ ਕਾਰਨ ਉਹਨਾਂ ਨੂੰ ਮਜਬੂਰਨ ਤੌਰ ਦੇ ਉੱਤੇ ਜਾਣਾ ਪੈ ਜਾਂਦਾ ਇਹਨਾਂ ਚੀਜ਼ਾਂ ਵੱਲ? ਨਹੀਂ, ਮੈਂ ਤੁਹਾਨੂੰ ਜਵਾਬ ਦਿੰਦਾ। ਪਹਿਲੀ ਗੱਲ ਤਾਂ ਤੁਸੀਂ ਮੇਰੇ ਪਰਸਨਲੀ ਗੱਲ ਕਹੀ ਹੈ, ਉਹ ਮੈਂ ਕਦੇ ਵੀ ਨਹੀਂ ਕਿਹਾ ਕਿ ਅਸੀਂ ਇਮਾਨਦਾਰ ਰਹੇ ਹਾਂ। ਅਸੀਂ ਇਸ ਕਰਪਟ ਸਿਸਟਮ ਦਾ ਹਿੱਸਾ ਰਹੇ ਹਾਂ, ਅਸੀਂ ਗੁਨਾਹਗਾਰ ਹਾਂ, ਸਾਡੇ ਕਰਕੇ ਹੀ ਸਟੇਟ ਬਰਬਾਦ ਹੋਈ ਹੈ। ਅਗਲੀ ਗੱਲ ਜਿਹੜੀ ਤੁਸੀਂ ਉਹਦਾ ਜਵਾਬ ਹੈ ਕਿ ਸਾਡੇ ਸਮਾਜ ਵਿੱਚ ਗਿਰਾਵਟ ਆਈ ਹੋਈ ਹੈ। ਇਹ ਲੋਕ ਕਿੱਥੋਂ ਆਏ, ਮੈਂ ਕਿੱਥੋਂ ਆਇਆ, ਇਹ ਕਿੱਥੋਂ ਪੈਦਾ ਹੋਏ ਵੇ? ਸਾਡੇ ਸਮਾਜ 'ਚੋਂ ਪੈਦਾ ਹੋਏ। ਤਾਂ ਸਮਾਜ ਦੀ ਗਿਰਾਵਟ ਜਿਹੜੀ ਹੁੰਦੀ ਹੈ ਉਹ ਨਿਸ਼ਾਨੀ ਹੁੰਦੀ ਹੈ ਤੁਹਾਡੇ ਉੱਤੇ, ਤੁਹਾਡੇ ਰੂਲਰ ਕੌਣ ਹੈਗੇ, ਉੱਥੋਂ ਕਿੱਥੋਂ ਆ ਰਹੇ, ਉਹੀ ਤਾਂ ਹੋਣਗੇ ਨਾ। ਜੇ ਸਾਡੇ ਸਿਸਟਮ 'ਚ ਉੱਠ ਕੇ ਲੋਕ ਆਏ ਤਾਂ ਉਹੀ ਕੁਛ ਹੋਣਗੇ। ਤਾਂ ਸਮਾਜ ਨੂੰ ਆਪਣੇ 'ਤੇ ਨਿਗਾਹ ਮਾਰਨ ਦੀ ਲੋੜ ਹੈਗਾ। ਸਾਡਾ ਆਪਣਾ ਪੱਧਰ ਬਹੁਤ ਥੱਲੇ ਚਲਾ ਵੀ ਗਿਆ ਅਤੇ ਕਰ ਵੀ ਦਿੱਤਾ ਗਿਆ। ਐਜੂਕੇਸ਼ਨ ਸਾਡੇ ਤੋਂ ਖੋਈ ਗਈ, ਹੈਲਥ ਸਿਸਟਮ ਸਾਡੇ ਤੋਂ ਖੋਏ ਗਏ, ਹਾਲਾਤ ਇੱਥੇ ਇਹੋ ਜਿਹੇ ਬਣਾ ਦਿੱਤੇ ਗਏ ਕਿ ਇੱਥੇ ਮਤਲਬ ਜਿਹੜਾ ਸਾਡਾ ਪੰਜਾਬੀਅਤ ਦਾ ਨਾਮ ਹੀ ਖਤਮ ਹੋ ਜੇ। ਮਤਲਬ ਕਈ ਵਾਰੀ ਗੱਲਾਂ ਕਰਨ ਲੱਗਿਆ ਸ਼ਰਮ ਆਉਂਦੀ। ਸਾਡੀ ਤਾਂ ਜਿਹੜੀ ਅਗਲੀ ਜਨਰੇਸ਼ਨ ਹੈ ਇਹ ਅਗਾਂਹ ਪੀੜ੍ਹੀ ਤੋੜਨ ਵਾਲੀ ਨਹੀਂ ਰਹੀ। ਇਹਨਾਂ ਦਾ ਵੀਰ ਜੀ ਮਤਲਬ ਖਤਮ ਕਰ ਦਿੱਤਾ ਇਹਨਾਂ ਨੇ। ਇਸ ਤੋਂ ਨੀਵੀਂ ਗੱਲ, ਘਟੀਆ ਗੱਲ ਜਾਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਸਾਡੀ ਇੱਕ ਜਨਰੇਸ਼ਨ ਨੂੰ ਇਸ ਯੋਗ ਨਹੀਂ ਛੱਡਿਆ ਕਿ ਉਹ ਆਪਣੀ ਅਗਲੀ ਜਨਰੇਸ਼ਨ ਨੂੰ ਪੈਦਾ ਕਰ ਸਕੇ। ਬਹੁਤ ਸਾਜ਼ਿਸ਼ਾਂ ਹੋਈਆਂ ਇੱਥੇ, ਬਹੁਤ ਕੁਛ ਬੀਰਜ ਬੈਂਕ ਬਣੇ ਪਏ ਨਾ, ਹਸਪਤਾਲ ਭਰੇ ਪਏ। ਕਿਵੇਂ ਇਹ ਪੰਜਾਬ ਵਾਸਤੇ ਸੀ? ਇਹ ਤਾਂ ਕਲੰਕ ਹੈ ਸਾਡੇ ਤੇ। ਜਿੱਥੋਂ ਦੀ ਜਵਾਨੀ ਦੇ ਤੌਰ 'ਤੇ, ਜਿੱਥੋਂ ਦੇ ਜੁੱਸੇ ਦੇ ਤੌਰ 'ਤੇ, ਜਿੱਥੋਂ ਦੀ ਪਰਸਨੈਲਿਟੀਆਂ ਦੇ ਤੌਰ 'ਤੇ ਜਾਣੇ ਜਾਂਦੇ ਸੀ ਅਸੀਂ, ਤੇ ਅੱਜ ਸਾਨੂੰ ਔਲਾਦਾਂ ਪੈਦਾ ਕਰਨ ਵਾਸਤੇ ਹਸਪਤਾਲ ਜਾਣਾ ਪਊਗਾ। ਇਹ ਸਾਜ਼ਿਸ਼ਾਂ ਜਿਹੜੀਆਂ ਪੰਜਾਬੀਆਂ ਨਾ ਬਹੁਤ ਡੂੰਘੀਆਂ ਹੋਈਆਂ, ਲੰਬੀਆਂ ਹੋਈਆਂ। ਸਾਡੇ ਵਰਗੇ ਲੋਕਾਂ ਦੀ ਥੋੜ੍ਹੀ ਜਿਹਾ ਘੱਟ ਜਾਣਕਾਰੀ 'ਚ ਹੋਈਆਂ ਕਿਉਂਕਿ ਸਭ ਲੋਕ ਆਪਣੀ ਲੁੱਟ ਖੋਹ ਨੂੰ ਲੱਗੇ ਹੋਏ ਸੀ। ਮੈਂ ਆਪਦੇ ਜਵਾਕ ਪਾਲਣ ਲੱਗਿਆ ਹੋਇਆ ਸੀ, ਦੁਨੀਆ ਹੋਰ ਆਪਦੇ ਕੰਮਾਂ ਨੂੰ ਲੱਗੀ ਹੋਈ ਸੀ, ਕਿਸੇ ਨੇ ਧਿਆਨ ਨਹੀਂ ਦਿੱਤਾ। ਅੱਜ ਵੀ ਕੋਈ ਤਿਆਰ ਨਹੀਂ। ਅੱਜ ਮੈਨੂੰ ਕੋਈ ਠੋਕਰ ਲੱਗੀ ਹੈ, ਮੈਂ ਉੱਠਿਆ, ਮੈਂ ਸਭ ਨੂੰ ਅਪੀਲ ਕਰਦਾ, ਪਹਿਲਾਂ ਤਾਂ ਜਾਗੀਏ, ਮੰਨੀਏ ਅਸੀਂ ਗੁਨਾਹਗਾਰ ਹਾਂ, ਫਿਰ ਆਪਾਂ ਇਹਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਸਾਡੇ ਵਰਗਿਆਂ ਦਾ ਕੀ ਵਿਗੜਿਆ? ਸਾਡੇ ਕੋਲ ਹੁਣ ਮਤਲਬ ਕੀ ਗਾਉਣ ਨੂੰ ਕੀ ਹੈਗਾ? ਸਮਾਂ ਕੀ ਵੈਸੇ ਵੀ ਤਾਂ ਮੌਤ ਵਾਲੀ ਵੱਧ ਰਹੇ ਸਾਰੇ ਲੋਕ। ਕੁਛ ਚੀਜ਼ਾਂ ਚੰਗੀਆਂ ਕੀਤੀਆਂ ਜਾ ਸਕਦੀਆਂ, ਵਾਪਸ ਮੁੜਿਆ ਜਾ ਸਕਦਾ। ਤੁਸੀਂ ਮੇਰੀ ਇੰਟਰਵਿਊ ਕਰ ਰਹੇ ਹੋ, ਤੁਸੀਂ ਮੇਰੇ ਬੱਚਿਆਂ ਦੀ ਉਮਰ ਦੇ ਹੋ, ਅਸੀਂ ਤੁਹਾਡੇ ਗੁਨਾਹਗਾਰ ਹਾਂ। ਇਹ ਗੱਲ ਕਿਉਂ ਨਹੀਂ ਹਰ ਬੰਦਾ ਮਤਲਬ ਮੰਨਣ ਨੂੰ ਤਿਆਰ ਹੈਗਾ ਕਿ ਇਹ ਹੋਣਾ ਚਾਹੀਦਾ? ਤਾਂ ਮੈਂ ਇਹ ਕੋਸ਼ਿਸ਼ ਕਰੂੰਗਾ। ਕਰਪਸ਼ਨ ਦੀ ਤਾਂ ਜਿਹੜੀ ਲੜਾਈ ਹੈਗੀ ਹੈ, ਕਿਉਂਕਿ ਕਰਪਸ਼ਨ ਦੀ ਲੜਾਈ ਦਾ ਇੱਕ ਫਾਇਦਾ ਇਹ ਹੈ ਕਿ ਇਹ ਸਭ ਨਾਲ ਬਣਦੀ ਹੈ। ਸਿਸਟਮ ਕਰਪਟ ਹੈ ਤਾਂ ਫਿਰ ਜਿਹਦੀ ਮਰਜ਼ੀ ਉਂਗਲ ਕੀਤੀ ਜਾ ਸਕਦੀ, ਇਹਨੂੰ ਲੋੜ ਨਹੀਂ ਹੈ ਕਿ ਕਿਸੇ ਸਪੈਸ਼ਲ ਨੂੰ ਬੁਲਾਇਆ ਜਾਵੇ। ਤੇ ਗਾਂ ਜਿਹੜੀ ਅਗਲੀ ਜਨਰੇਸ਼ਨ ਦੀ ਜਿਹੜੀ ਤਾਂ ਬਾਈ ਇਹ ਕਿਉਂ ਨਾ ਰਿਲਾਈਜ਼ ਕਰੀਏ ਅਸੀਂ ਵੀ ਸਾਡੇ ਕਰਕੇ ਹੋਈ ਹੈ। ਤੁਹਾਡੇ ਵਾਸਤੇ ਇੱਥੇ ਪਾਣੀ ਨਹੀਂ ਛੱਡਿਆ, ਤੁਹਾਡੇ ਵਾਸਤੇ ਅਸੀਂ ਇੱਥੇ ਹਵਾ ਨਹੀਂ ਛੱਡੀ, ਤੇ ਇਹ ਕੋਈ ਕ੍ਰਾਈਮ ਕਿਸੇ ਹੋਰ ਨੇ ਕੀਤਾ ਆ ਕੇ? ਅਸੀਂ ਮਤਲਬ ਨਹੀਂ ਉਵੇਂ ਨਹੀਂ ਸੀ ਕਿ ਡਾਇਰੈਕਟਲੀ ਤਾਂ ਇਨਡਾਇਰੈਕਟਲੀ ਸੀ, ਸਾਡੇ ਸਾਹਮਣੇ ਤਾਂ ਹੋਇਆ। ਤਾਂ ਸੋ ਉਮੀਦ ਕਰਦੇ ਹਾਂ ਇਹ ਚੀਜ਼ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਜਾਗਰਤੀ ਸਟਾਰਟ ਹੋਈ ਹੈ। ਤੇ ਇਹ ਇਸ ਤਰ੍ਹਾਂ ਦਾ ਕਰਪਸ਼ਨ ਦਾ ਜਿਹੜਾ ਇਹ ਹੈਗਾ ਸਭ ਤੋਂ ਵੱਡਾ ਜਿੰਨ ਜਾਂ ਭੂਤ ਹੈ, ਚਿੰਬੜਿਆ ਹੋਇਆ, ਇਹਨੂੰ ਤਰੀਕੇ ਨਾਲ ਹੌਲੀ ਹੌਲੀ ਘਟਾਈਏ। ਨਸ਼ੇ ਜਿਹੜੇ ਹੁੰਦੇ ਆ ਇਹ ਵੀ ਨਸ਼ਾ ਕਰਪਸ਼ਨ, ਇਹਨੂੰ ਵੀ ਕਿਸੇ ਤਰੀਕੇ ਨਾਲ ਹਟਾਇਆ ਜਾਊਗਾ। ਦੂਜੇ ਨਸ਼ੇ ਜਿਹੜੇ ਹੈਗੇ ਆ, ਇਹਨਾਂ ਨੇ ਚਿੱਟਾ ਲੈ ਕੇ ਆਂਦਾ ਮਜੀਠੀਏ ਨੇ 2006 ਤੋਂ ਬਾਅਦ। ਇਹ ਜਿਹੜਾ ਪਹਿਲਾ ਚਿੱਟਾ ਤਾਂ ਜਿਹੜਾ ਫੀਮ ਪੋ ਸੀ, ਉਹ ਨਸ਼ੇ ਡਿਫਰੈਂਟ ਸੀਗੇ, ਉਹ ਆਦ ਜਗ੍ਹਾ ਤੋਂ ਸਾਡੇ ਨਾਲ ਰਹੇ ਹੈ। ਤੇ ਇਹਨਾਂ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਰਵਾਇਤੀ ਨਸ਼ਿਆਂ 'ਤੇ ਪਹਿਲਾਂ ਆਉਣਾ ਪਊਗਾ, ਉਸ ਤੋਂ ਬਾਅਦ ਅਗਲੀ ਗੱਲ ਹੋਊਗੀ। ਜੇ ਅੱਜ ਆਪਾਂ ਕਹੀਏ ਵੀ ਹਸਪਤਾਲਾਂ 'ਚ ਜੋ ਦਵਾਈਆਂ ਦਿੱਤੀਆਂ ਜਾ ਰਹੀਆਂ ਉਦੋਂ ਵੱਡਾ ਜ਼ਹਿਰ ਹੈ, ਤਾਂ ਉਹਦੇ 'ਤੇ ਇੱਕ ਵੱਖਰਾ ਵਿਸ਼ਾ ਵੱਖਰੀ, ਹਾਂ ਉਹ ਇੱਕ ਵੱਖਰੇ ਵਿਸ਼ੇ ਦੀ ਗੱਲ ਹੈ। ਪਰ ਇਹਦੇ 'ਚ ਵੀ ਇਹ ਹੈਗਾ ਕਿ ਹਰ ਚੀਜ਼ ਜਿਹੜੀ ਹੈਗੀ ਆ ਉਹਦਾ ਤਰੀਕਾ ਹੁੰਦਾ। ਇਹ ਨਹੀਂ ਹੁੰਦਾ ਕੋਈ ਵੀ ਜਿੰਦਰਾ ਪਰਮਾਤਮਾ ਨੇ ਬਣਾਇਆ ਤਾਂ ਉਹਦੀ ਕੁੰਜੀ ਰੱਖੀ ਹੁੰਦੀ ਹੈ। ਤਾਂ ਕੁੰਜੀਆਂ ਲੱਭਣ ਵਾਸਤੇ ਸਿਆਣਿਆਂ ਬੰਦਿਆਂ ਦੀ ਲੋੜ ਹੈ। ਤਾਂ ਸਿਆਣਾ ਬੰਦਾ ਆਪਣਾ ਜਿਹੜਾ ਟਾਈਮ ਜਿਹੜਾ ਹੈਗਾ ਉਹ ਥੋੜ੍ਹਾ ਉਹਨਾਂ ਕੋਲ ਬਚਿਆ ਹੋਇਆ, ਉਹ ਸ਼ਰਮ ਕਰਨ, ਜਾਗ ਜਾਣ। ਖਾਸ ਤੌਰ 'ਤੇ ਸਾਡਾ ਸਾਹਿਤਕ ਲਾਣਾ, ਪਾਤਰ ਐਂਡ ਕੰਪਨੀ, ਮੈਨੂੰ ਹੁਣ ਨਾਮ ਪਤਾ ਨਹੀਂ ਇਹਨਾਂ ਦੇ ਆਉਂਦੇ, ਇਹ ਸਭ ਬੇਸ਼ਰਮੀ ਦੇ ਨਾਲ ਸਰਕਾਰਾਂ ਦੇ ਸੋਲੇ ਗਾਉਣ 'ਤੇ ਤੁਰੇ ਹੋਏ ਹੈ। ਅਤੇ ਮੈਂ ਜਦੋਂ ਬੋਲਦਾ ਫਿਰ ਤਕਲੀਫ ਬਹੁਤ ਹੁੰਦੀ ਹੈ, ਪਰ ਮੈਂ ਜਗਾਉਂਦਾ ਅਤੇ ਬੋਲਦਾ ਰਹੂੰਗਾ ਜਿੰਨਾ ਚਿਰ ਆਵਾਜ਼ ਨੂੰ ਪ੍ਰਮਾਤਮਾ ਨੇ ਮੌਕਾ ਦਿੱਤਾ ਬੋਲਣ ਦਾ। ਸਰ ਇੱਥੇ ਮੇਰਾ ਇੱਕ ਹੋਰ ਸਵਾਲ ਹੈ। ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਜਿਹੜਾ ਤੁਸੀਂ ਇਨਕੁਆਇਰੀ ਕੀਤੀ ਸੀਗੀ ਨਜਾਇਜ਼ ਉਸਾਰੀ ਵਾਲੇ ਮਾਮਲੇ ਦੇ ਵਿੱਚ। ਕੋਰਟ ਦੇ ਵਿੱਚ ਪਿਛਲੇ ਦਿਨੀ ਸੁਣਵਾਈ ਹੋਣੀ ਸੀ, ਪਰ ਕਿਹਾ ਗਿਆ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਸੁਰੱਖਿਆ ਕਾਰਨਾਂ ਦੇ ਕਰਕੇ ਪੇਸ਼ ਨਹੀਂ ਹੋਏ ਜੀ। ਮੈਂ ਸ਼ਾਰਟ ਉਹਦੇ ਵਿੱਚ ਉਹੀ ਇਨਕੁਆਇਰੀ ਹੈ ਜਿੱਥੋਂ ਇਹ ਗੱਲ ਸਾਰੀ ਸ਼ੁਰੂ ਹੋਈ ਸੀ। ਜਿਹੜਾ ਇਹਨੇ ਆਸ਼ੂ ਨੇ ਮੈਨੂੰ ਫੋਨ ਕੀਤਾ ਸੀਗਾ, ਉਹਦੇ ਬਾਰੇ ਜਿਹੜੀ ਮੈਂ ਕੇਸ ਪਾਇਆ ਹੋਇਆ ਸੀ ਕੋਰਟ ਦੇ ਵਿੱਚ, ਤੇ ਉਹਦੇ ਵਿੱਚ ਉਹ ਫਾਈਲ ਦੀ ਜਿਹੜੀ ਅਥੈਂਟਿਸਿਟੀ ਵਾਸਤੇ ਮੈਨੂੰ ਹੋਰ ਇਨਕੁਆਇਰੀ ਕਿਵੇਂ ਮਿਲੀ ਸੀ ਉਹਨੂੰ ਪ੍ਰੂਫ ਕਰਾਉਣ ਵਾਸਤੇ ਇਹਨਾਂ ਲੋਕਾਂ ਦੀ ਵਿਟਨੈਸ ਦੀ ਲੋੜ ਹੈ। ਪਰ ਕਿਉਂਕਿ ਇਹਨਾਂ ਨੇ ਧਾਂਦਲੀਆਂ ਬਹੁਤ ਕੀਤੀਆਂ ਹੋਈਆਂ, ਫਾਈਲਾਂ ਗੁੰਮ ਹੋਈਆਂ ਉਦੋਂ ਇਹਨਾਂ ਨੂੰ ਪਤਾ ਨਹੀਂ ਹੈਗਾ ਸੀ ਵੀ ਕੱਲ੍ਹ ਨੂੰ ਅਸੀਂ ਵੀ ਲੋੜ ਪੈ ਜਾਂਦੀ ਹੁੰਦੀ ਹੈ। ਤਾਂ ਸੋ ਹੁਣ ਪਹਿਲਾਂ ਇੱਥੇ ਅਫਸਰ ਨਹੀਂ ਆਉਂਦੇ ਸੀ। ਵੇਣੂ ਪ੍ਰਸ਼ਾਦ ਜਿਹੜਾ ਨਾਲ CM ਦੇ ਲੱਗਿਆ ਪ੍ਰਿੰਸੀਪਲ ਸੈਕਟਰੀ, ਉਹ ਨਹੀਂ ਆਉਂਦਾ ਸੀ। ਮੈਂ ਅੱਗੇ ਵੀ ਕਹਿੰਦਾ ਉਹਨਾਂ ਗਲ 'ਚ ਕਾਨੂੰਨ ਦੀ ਰੱਸੀ ਪਾ ਕੇ ਘੜੀਸ ਕੇ ਲਿਆਂਦਾ। ਉਹਦੇ ਨਾਲ ਇੱਕ ਕਰਨੇਸ਼ ਸ਼ਰਮਾ ਸੀ, ਮਹਾ ਕਰਪਟ ਆਦਮੀ, ਉਹ ਵੀ ਐਵੇਂ ਲਿਆਂਦਾ।
ਇਸੇ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਜੋ ਸਾਰੀਆਂ ਇਹ ਸ਼ਰਤਾਂ ਪੂਰੀਆਂ ਕਰਦੇ ਆ, ਕਰਪਸ਼ਨ ਦੀਆਂ, ਝੂਠ ਦੀਆਂ, ਸਭ ਤੋਂ ਮਤਲਬ ਬੇਈਮਾਨ ਇਹ ਜਿਹੜਾ ਆਦਮੀ ਹੈ, ਇਹਦੇ ਗਲ 'ਚ ਵੀ ਕਾਨੂੰਨ ਦੀ ਰੱਸੀ ਪਾ ਕੇ ਜਿਹੜਾ ਘੜੀਸ ਕੇ ਇੱਥੇ ਲਿਆ ਕੇ ਇਹਦੀ ਗਵਾਹੀ ਕਰਾਵਾਂਗੇ। ਫਿਰ ਇਹ ਤੋਂ ਪੁੱਛਾਂਗੇ ਵੀ ਉਹ ਫਾਈਲ ਕਿੱਥੇ ਹੈਗੀ ਹੈ। ਸੋ ਆਉਣ ਵਾਲੇ ਸਮੇਂ 'ਚ ਇਹਦੇ ਬਾਰੇ ਗੱਲ ਕਰਾਂਗੇ। ਸਰ ਲਾਸਟ ਸਵਾਲ ਹੈ, ਕੀ ਲੱਗਦਾ ਫਿਰ ਉਹ ਵੀ ਕਾਂਗਰਸ ਨਾਲ ਜੁੜੇ ਹੋਏ ਨੇ, ਭਾਰਤ ਭੂਸ਼ਣ ਆਸ਼ੂ ਦੇ ਨਾਲ ਉਹ ਮਿਲਦੇ ਵੀ ਰਹੇ ਨੇ, ਉਹਨਾਂ ਦੇ ਘਰ ਆਉਂਦੇ ਰਹੇ ਨੇ, ਕੀ ਲੱਗਦਾ ਕਿ ਉਹ ਉਹਨਾਂ ਦੀ ਜਿਹੜੀ ਗਵਾਹੀ ਆ ਉਹ ਕਿਸ ਪੱਖ ਦੇ ਵਿੱਚ ਹੋਏਗੀ? ਉਹ ਕਿਸੇ ਦੇ ਪੱਖ ਪੁੱਖ ਦੀ ਤਾਂ ਰੌਲਾ ਹੀ ਨਹੀਂ ਹੈਗਾ ਛੋਟੇ ਭਾਈ। ਇਹ ਤਾਂ ਜੋ ਹੈ ਦੱਸਣਾ ਪੈਣਾ, ਪੱਖ ਕੀ ਕਰ ਲੂਗਾ। ਤੇਰੇ ਕੋਲ ਕੋਈ ਚੀਜ਼ ਹੈ, ਮੇਰੇ ਕੋਲ ਸਬੂਤ ਹੈ, ਮੈਂ ਤੈਨੂੰ ਵਿਖਾ ਦਿੰਦਾ ਵੀ ਤੇਰੇ ਕੋਲ ਸੀ ਤੇ ਕਿੱਥੇ ਦੱਸ। ਇਹ ਤੇ ਪੱਖ ਨਾ ਪੱਖ ਦਾ ਕੋਈ ਰੌਲਾ ਨਹੀਂ ਹੈਗਾ। ਇਹ ਤਾਂ ਜੇ ਅਕਲ ਕਰੇ ਤਾਂ ਆਪਣੀ ਗੱਲ ਦੱਸ ਦੇਵੇ। ਮੈਨੂੰ ਵੀ ਕਦੇ ਕਦੇ ਲੱਗਦਾ ਹੁੰਦਾ ਕਿ ਇਹ ਫਾਈਲ ਜਿਹੜੀ ਨਵਜੋਤ ਸਿੱਧੂ ਨੇ ਗੁੰਮ ਨਹੀਂ ਕੀਤੀ ਹੋਣੀ, ਉਹਨੂੰ ਕੋਈ ਰੀਜ਼ਨ ਨਹੀਂ ਸੀ ਗੁੰਮ ਕਰਨ ਦਾ, ਉਹਨੇ ਆਰਡਰ ਕੀਤੇ ਹੋਏ ਸੀ, ਉਹਨੂੰ ਕੋਈ ਵਾਲਾ ਫਾਇਦਾ ਕੋਈ ਨਹੀਂ ਹੋਣਾ। ਇਹ ਅਫਸਰਾਂ ਦਾ ਕੀਤਾ ਹੋਇਆ ਕਰਾਇਆ ਸਾਰਾ ਕੁਝ, ਪਰ ਉਹ ਡਿਲੇ ਕਰਨ ਦੇ ਵਿੱਚ ਆਪਣੀਆਂ ਪਤਾ ਨਹੀਂ ਕਿਹੜੀਆਂ ਕਲਾਕਾਰੀਆਂ ਉਹਦੇ ਸਿਰ 'ਚ ਚੱਲਦੀਆਂ, ਉਹ ਲੇਟ ਹੋਇਆ ਹੋਇਆ ਤੇ ਹੁਣ ਉਹਦੇ ਸਿਰ ਪਾਤੀ ਇਹਨਾਂ ਨੇ ਸਾਰੀ। ਹੁਣ ਆ ਕੇ ਸਿੱਧੀ ਗੱਲ ਦੱਸ ਦੇਵੇ, ਅਸੀਂ ਪੁੱਛ ਲਾਂਗੇ। ਅਸੀਂ ਉਹਦੀ ਜਿਹੜੀ ਗਵਾਹੀ ਡੈਫਰ ਕਰਾਈ ਹੋਈ ਹੈ ਆਪਣੇ ਦੀ ਵੇਨੂ ਪ੍ਰਸ਼ਾਦ ਦੀ, ਦੁਬਾਰਾ ਫਿਰ ਬੁਲਾਵਾਂਗੇ ਉਹਨੂੰ ਵੀ ਸਿੱਧੂ ਕੀ ਕਹਿੰਦਾ ਆ ਕੇ। ਸਿੱਧੂ ਦੱਸ ਦੇਵੇ ਆ ਕੇ ਵੀ ਉਹਦੇ ਕੋਲੇ ਤੇ ਅਸੀਂ ਬੁਲਾ ਲਾਂਗੇ। ਹੁਣ ਇਹ ਕੀ ਇਹਨਾਂ ਦਾ ਨੈਕਸਸ ਸੀ, ਕੀ ਸੀ, ਸਾਹਮਣੇ ਦੱਸੋ। ਪਰ ਇਹਦੇ 'ਚ ਇਹ ਨਹੀਂ ਹੈਗਾ ਕਿਸੇ ਦਾ ਕੋਈ ਭਲਾ ਕਰ ਰਿਹਾ, ਨੁਕਸਾਨ ਕਰ ਰਿਹਾ। ਇਹ ਤਾਂ ਜਿਹੜੀ ਅਥੈਂਟਿਕ ਗੱਲ ਹੈ ਉਹ ਕਰਨੀ ਪੈਣੀ ਆ। ਧੰਨਵਾਦ ਸਰ ਗੱਲਬਾਤ ਕਰਨ ਦੇ ਲਈ। ਸੋ ਸੇਖੋਂ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ, ਬਹੁਤ ਸਾਰੇ ਮਸਲੇ ਉਹਨਾਂ ਨੇ ਖੁੱਲ੍ਹ ਕੇ ਸਾਹਮਣੇ ਰੱਖੇ ਨੇ ਔਰ ਨਾਮ ਆ ਜਿਹੜੇ ਲਗਾਤਾਰ ਲੀਡਰਾਂ ਦੇ ਸਾਹਮਣੇ ਆ ਰਹੇ ਨੇ, ਔਰ ਉੱਥੇ ਹੀ ਉਹਨਾਂ ਨੇ ਕਿਹਾ ਕਿ ਕਾਫੀ ਲੀਡਰਾਂ ਦੇ ਖਿਲਾਫ ਇਹਨਾਂ ਦੇ ਕੋਲ ਵੀ ਐਵੀਡੈਂਸ ਨੇ। ਤਾਂ ਦੇਖਣਾ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜਾ ਲੀਡਰ ਆ ਜਿਹੜਾ ਕਾਨੂੰਨ ਦੀ ਗ੍ਰਿਫਤ ਦੇ ਵਿੱਚ ਆਉਂਦਾ ਹੈ ਤੇ ਕਿਹੜੇ-ਕਿਹੜੇ ਨਵੇਂ ਨਾਮ ਨੇ ਜਿਹੜੇ ਨਿਕਲ ਕੇ ਸਾਹਮਣੇ ਆਉਣਗੇ। ਸਹਿਯੋਗੀ ਸਾਥੀ ਵਿੱਕੀ ਜਰਖੜ ਦੇ ਨਾਲ ਸੁਖ ਦੁਲੇ।